सतगुरु पर श्री गुरु गोबिंद सिंह करो तरा तार गुण बंदो बार बार एक ओंकारा सतगुरु तेह प्रसाद सच होय। वाहिगुरु जी की फतेह। विघ्न विनाश गुर का शब्द कमाए जिन जीते पंच विकार। तिन संतन को बंदना सिर चरण परता। कहाँ बुद्ध प्रभ तुच्छ हमारी बरन सके महिमा जो तिहारी। हम ना सकत कर सिफत तुम्हारी आप लिहो तुम कथास। कहाँ बुद्ध प्रभ तुच्छ हमारी हम ना सकत कर सिफत तुम्हारी आप लिहो तुम कथा सुधारी। वाहिगुरु साहिब जी इक ओंकार सतगुर प्रसाद। श्लोक महला नावा गुण गोविंद गायो नहीं जन्म अकारत कीन। कहो नानक हर भज मना जेह विद जल को मीन। गुण गोविंद गायो नहीं जन्म अकारत कीन। कहो नानक हर भज मना जेह विद जल को मीन। विख्यान स्यो काहे रच्यो निमक न होए उदास। कहो नानक भज हर मना परै ना जम की बास। तरना को यो ही गयो लियो जरा तन जीत। कहो नानक भज हर मना औद जात है रीत। व्यर्थ पयो सूझै नहीं काल पहुँच्यो आन। कहो नानक नर बावरे क्यों ना भजै भगवान। तन दारा संपत सगल जिन्हें अपनी कर मान। इनमें कछ संगी नहीं नानक साची जान। पतित उदाहरण बहन हर अनाथ के नाथ। कहो नानक ते जानिए सदा बस्त तुम साथ। तन तन ते को दियो तास्यो नेहो न कीन। कहो नानक नर बावरे अब क्यों डोलत दीन। वाहिगुरु जी का खालसा वाहिगुरु जी की फतेह। पतित पावन भगत वत्सल अंतरयामी कोट ब्रह्मंडा दे साईं सच्चे पातशाह तन तन मुल्क दे राखे श्री गुरु तेग बहादुर साहब महाराज तन तन दसां पातशाहियां दी जोत। माइक दे दो मैनूं। तन तन दसां पातशाहियां दी जोत श्री गुरु ग्रंथ साहिब महाराज सच्चे पातशाह श्री गुरु ग्रंथ साहिब महाराज जी की हजूरी के अंदर जुड़मिल बैठी गुरु का खास रूप गुरु सवारी साध संगत जी। जिनके भाग वड्डे हैं भाई तिन साधु संग मुख जुरे। जिन्हां ते गुरुदेव महाराज कृपा करते ने उन्होंने सत्संग के अंदर बैठ के नाम की बख्शिश करते ने। गुरुदेव महाराज ए फरमान करते ने
पार जात एहो हर को नाम, काम तेन हर हर गुण गाम। सब ते उत्तम हर की कथा, नाम सुनत दर्द दुख लथा। गुरुदेव महाराज सच्चे पातशाह। ਇਹ ਨਾ ਮਾਈਕ ਦੀ ਸੈਟਿੰਗ ਨਹੀਂ ਆ, ਭਾਈ ਜੀ ਨੂੰ ਬੁਲਾ ਲਿਓ ਤੇ ਇਹ ਵਾਲੀ ਦੀ ਆਵਾਜ਼ ਵਧਾ ਦਿਓ ਥੋੜ੍ਹੀ ਜਿਹੀ। ਉਹ ਤੇ ਚੱਕ ਹੀ ਦਿਓ, ਉਹਦੀ ਈਕੋ ਬਹੁਤ ਵਧਾਈ ਹੋਈ ਹੈ, ਉਹਦੇ ਬਦਲੇ ਦੂਜਾ ਮਾਈਕ ਰੱਖ ਲਓ। ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਵਨ ਪਵਿੱਤਰ ਇਤਿਹਾਸ ਅਤੇ ਗੁਰਬਾਣੀ ਦੀ ਵਿਚਾਰ ਗੁਰਦੁਆਰਾ ਪ੍ਰੀਤਨਗਰ ਸਾਹਿਬ ਵਿਖੇ ਚੱਲ ਰਹੀ ਹੈ। ਜਦੋਂ ਗੁਰਦੇਵ ਮਹਾਰਾਜ ਆਗਰੇ ਤੋਂ ਗ੍ਰਿਫਤਾਰੀ ਦਿੱਤੀ ਹੈ ਪਾਤਸ਼ਾਹ ਨੇ ਆਪਣੀ, ਤਦੋਂ ਸੱਚੇ ਪਾਤਸ਼ਾਹ ਹਜ਼ੂਰ ਨੇ 5000 ਕੈਦੀਆਂ ਦੀ ਫੌਜ ਗੁਰਦੇਵ ਮਹਾਰਾਜ ਜੀ ਨੂੰ ਗ੍ਰਿਫਤਾਰ ਕਰਨ ਦੇ ਲਈ ਆਗਰੇ ਤੋਂ ਮਹਾਰਾਜ ਦਿੱਲੀ ਚੱਲ ਕੇ ਨੌਵੇਂ ਪਾਤਸ਼ਾਹ ਜਾ ਰਹੇ ਨੇ। ਇੱਥੇ ਤੱਕ ਦਾ ਇਤਿਹਾਸ ਤੁਸੀਂ ਸਮੂਹ ਸੰਗਤ ਨੇ ਸਰਵਣ ਕੀਤਾ। ਤੇ ਦੂਜੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਹਜੇ ਬਾਲ ਸਰੂਪ ਵਿੱਚ ਨੇ, ਪਾਤਸ਼ਾਹ ਸ਼੍ਰੀ ਪਟਨਾ ਸਾਹਿਬ ਤੋਂ ਚੱਲ ਕੇ ਸ਼੍ਰੀ ਅਨੰਦਪੁਰ ਸਾਹਿਬ ਵੱਲ ਚਾਲਾ ਮਾਰ ਰਹੇ ਨੇ। ਤੇ ਗੁਰਦੇਵ ਮਹਾਰਾਜ ਜਦੋਂ ਪਟਨਾ ਸਾਹਿਬ ਤੋਂ ਚੱਲ ਕੇ ਅਨੰਦਪੁਰ ਸਾਹਿਬ ਜਾਂਦੇ ਨੇ, ਰਸਤੇ ਦੇ ਅੰਦਰ ਗੁਰਦੇਵ ਜਗਤ ਸੇਠ ਦੀ ਹਵੇਲੀਆਂ ਦੇ ਅੰਦਰ ਰੁਕਦੇ ਜਾਂਦੇ ਨੇ, ਜਿਨ੍ਹਾਂ ਨੂੰ ਗੁਰਦੇਵ ਨੇ ਵਰ ਵੀ ਦਿੱਤਾ ਸੀ ਵੀ ਤੁਹਾਡੇ ਘਰ ਸਿੱਖੀ ਪਰਿਵਾਰਾਂ ਦੇ ਅੰਦਰ ਜੁਗਾਂ ਜੁਗਾਂਤਰਾਂ ਤੱਕ ਰਹੇਗੀ। ਗੁਰਦੇਵ ਮਹਾਰਾਜ ਨੇ ਇਹ ਵਰ ਦੇ ਕੇ ਥਾਂ ਥਾਈਂ ਪੜਾਅ ਕੀਤੇ। ਤੇ ਗੁਰਦੇਵ ਮਹਾਰਾਜ ਜਿਸ ਤਰ੍ਹਾਂ ਅੱਜ ਅਨੰਦਪੁਰ ਸਾਹਿਬ ਪਹੁੰਚਣਗੇ, ਆਓ ਉਹ ਕਥਾ ਵੀ ਸਰਵਣ ਕਰੀਏ। ਤੇ ਦੂਜੇ ਪਾਸੇ ਨੌਵੇਂ ਪਾਤਸ਼ਾਹ ਦਿੱਲੀ ਪੁੱਜਣਗੇ, ਉਹ ਇਤਿਹਾਸ ਵੀ ਗੁਰਦੇਵ ਆਪ ਵਿੱਚ ਵਰਤ ਕੇ ਸੰਪੂਰਨ ਕਰਾ ਲੈਣ। ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਰਸਨਾ ਦੀ ਪਵਿੱਤਰਤਾ ਦੇ ਲਈ ਆਖਣਾ ਕਰੀਏ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਾਂ ਆਗਰੇ ਤੋਂ ਦਿੱਲੀ ਵੱਲ ਸ਼ਹਾਦਤ ਦਾ ਸਫ਼ਰ ਦਿਨ ਪ੍ਰਤ ਦਿਨ ਮਹਾਰਾਜ ਜੀ ਵੱਧਦੇ ਜਾ ਰਹੇ ਨੇ। ਤੇ ਦੂਜੇ ਪਾਸੇ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼੍ਰੀ ਅਨੰਦਪੁਰ ਸਾਹਿਬ ਵੱਲ ਚਾਲੇ ਮਾਰ ਰਹੇ ਨੇ। ਗੁਰਦੇਵ ਮਹਾਰਾਜ ਨੇ ਵੱਡੇ 3 ਪੜਾਅ ਕੀਤੇ ਸੀਗੇ ਜਦੋਂ ਪਟਨਾ ਸਾਹਿਬ ਤੋਂ ਗੁਰਦੇਵ ਚੱਲ ਕੇ ਅਨੰਦਪੁਰ ਸਾਹਿਬ ਜਾ ਰਹੇ ਨੇ। ਜੋ ਸਭ ਤੋਂ ਪਹਿਲਾ ਪੜਾਅ ਗੁਰਦੇਵ ਮਹਾਰਾਜ ਨੇ ਕੀਤਾ ਉਹ ਕਾਂਸ਼ੀ ਦੇ ਅੰਦਰ ਕੀਤਾ ਹੈ। ਜੋ ਕਾਂਸ਼ੀ ਹੈ ਉਹ ਬਨਾਰਸ ਦੇ ਨਾਂ ਤੋਂ ਵੀ ਪ੍ਰਸਿੱਧ ਹੈ। ਤੇ ਜਦੋਂ ਸੱਚੇ ਪਾਤਸ਼ਾਹ ਕਾਂਸ਼ੀ ਵਿਖੇ ਰੁਕੇ ਤੇ ਆ ਕੇ ਮਹਾਰਾਜ ਨੂੰ ਸਾਰੇ ਹੀ ਵਿਦਵਾਨ ਪੰਡਤਾਂ ਨੇ ਗੁਰਦੇਵ ਮਹਾਰਾਜ ਨੂੰ ਆ ਕੇ ਅਸ਼ੀਰਵਾਦ ਦਿੱਤਾ, ਕਿਉਂਕਿ ਪੰਡਤਾਂ ਦਾ ਕੰਮ ਹੁੰਦਾ ਹੈ ਕਿ ਉਹ ਆ ਕੇ ਅਸ਼ੀਰਵਾਦ ਦੇ ਕੇ ਆਪਣੀ ਅਸੀਸਾਂ ਦਿੰਦੇ ਨੇ। ਜਿਸ ਤਰ੍ਹਾਂ ਕੋਈ ਗਿਆਨ ਵਿੱਚ ਵੱਡਾ ਵੀ ਹੋਵੇ, ਪਦਵੀ 'ਚ ਵੱਡਾ ਵੀ ਹੋਵੇ, ਪਰ ਜੋ ਪੁਰੋਹਿਤ ਨੇ ਜਾਂ ਮਾਤਾ ਪਿਤਾ ਨੇ ਉਹ ਉਹਨਾਂ ਦੇ ਲਈ ਉਹ ਸਦਾ ਹੀ ਦਿਲੋਂ ਅਸੀਸ ਦਿੰਦੇ ਨੇ। ਆ ਕੇ ਪੰਡਤਾਂ ਨੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਇਤਿਹਾਸ ਵੀ ਦੱਸਿਆ ਬਈ ਤੁਹਾਡੇ ਵੱਡੇ ਗੁਰੂ ਨਾਨਕ ਦੇਵ ਮਹਾਰਾਜ ਵੀ ਇਸ ਸਥਾਨ 'ਤੇ ਆਏ ਤੇ ਸਾਡੇ ਵੱਡਿਆਂ ਦੇ ਨਾਲ ਚਰਚਾ ਕਰਕੇ ਉਹਨਾਂ ਨੂੰ ਗੁਰਬਾਣੀ ਦੇ ਕੁਝ ਸ਼ਬਦ ਦਿੱਤੇ ਸੀਗੇ। ਪੜ੍ਹ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ, ਐਸੇ ਪਾਵਨ ਪਵਿੱਤਰ ਸ਼ਬਦ ਸਾਨੂੰ ਦੇ ਕੇ ਤੇ ਉਪਰੰਤ ਅਸੀਂ ਉਹ ਸ਼ਬਦ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਭੇਟਾ ਕੀਤੇ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉਹ ਪਾਵਨ ਪਵਿੱਤਰ ਸ਼ਲੋਕ ਸੰਸਕ੍ਰਿਤੀ ਦੇ ਸ਼ਬਦ ਦਰਜ ਕਰਵਾਏ ਸੀ। ਉਪਰੰਤ ਗੁਰਦੇਵ ਮਹਾਰਾਜ ਨੇ ਆਪਣੇ 62 ਸ਼ਬਦ ਸ਼ਲੋਕ ਸੰਸਕ੍ਰਿਤੀ ਦੇ ਉਚਾਰਨ ਕੀਤੇ। ਉਹ ਸਾਰਾ ਇਤਿਹਾਸ ਪੰਡਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਨੂੰ ਦੱਸਦੇ ਨੇ। ਉਪਰੰਤ ਕਹਿੰਦੇ ਮਹਾਰਾਜ ਤੁਹਾਡੇ ਪਿਤਾ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਵੀ ਕਾਂਸ਼ੀ ਵਿਖੇ ਪੁੱਜੇ ਸਨ ਤੇ ਕਾਂਸ਼ੀ ਵਿਖੇ ਤੁਹਾਡੇ ਪਿਤਾ ਜੀ ਜਦੋਂ ਰੁਕੇ ਤੇ ਸਾਨੂੰ ਬਹੁਤ ਦਾਨ ਦਕਸ਼ਣਾ ਕੀਤੀ। ਗੁਰਦੇਵ ਮਹਾਰਾਜ ਦਾ ਇਹ ਬਚਨ ਸੁਣ ਕੇ
ਬਈ ਗੁਰਦੇਵ ਨੇ ਬਹੁਤ ਦਾਨ ਦਕਸ਼ਣਾ ਕੀਤੀ ਤੇ ਪੰਡਤਾਂ ਨੇ ਕਿਹਾ ਮਹਾਰਾਜ ਤੁਸੀਂ ਵੀ ਸਾਡੇ ਹੁਣ ਜਜਮਾਨ ਬਣੇ ਹੋ, ਤੁਸੀਂ ਵੀ ਸਾਨੂੰ ਦਾਨ ਦਿਓ। ਫਿਰ ਮਾਮਾ ਕਿਰਪਾਲ ਚੰਦ ਜੀ ਨੇ, ਮਾਤਾ ਨਾਨਕੀ ਜੀ ਨੇ, ਮਾਤਾ ਗੁਜਰੀ ਕਿਆਂ ਨੇ ਦਸਵੇਂ ਪਾਤਸ਼ਾਹ ਦਾ ਹੱਥ ਲਗਵਾ ਕੇ ਬਹੁਤ ਸਾਰੇ ਵਸਤਰ, ਧਨ, ਖਾਣ ਪੀਣ ਦੇ ਪਦਾਰਥ, ਨਾਲ ਤੁਰੀਆਂ ਮੱਝਾਂ ਗਾਵਾਂ ਤੇ ਹੋਰ ਘੋੜੇ ਇਤਿਆਦ ਬਹੁਤ ਕੁਝ ਦਸਵੇਂ ਪਾਤਸ਼ਾਹ ਨੇ ਵੀ ਦਾਨ ਦਿੱਤਾ। ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਾਂਸ਼ੀ ਵਿਖੇ ਜਦੋਂ ਰਹੇ ਤੇ ਕਾਂਸ਼ੀ ਦੇ ਪੰਡਤਾਂ ਦੇ ਨਾਲ ਮਹਾਰਾਜ ਨੇ ਉਹੀ ਸਰੂਪ ਆਪਣਾ ਦਿਖਾਇਆ ਜੋ 9 ਪਾਤਸ਼ਾਹੀਆਂ ਦਾ ਸੀ। ਅੰਮ੍ਰਿਤ ਵੇਲੇ ਗੁਰਦੇਵ ਉਮਰ ਛੋਟੀ ਹੈ ਪਰ ਉਸੇ ਤਰ੍ਹਾਂ ਆਸਾਂ ਦੀ ਵਾਰ ਦੇ ਕੀਰਤਨ ਦੀ ਹਾਜ਼ਰੀ ਭਰਦੇ ਨੇ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਹਿਜ ਦੇ ਅੰਦਰ ਬੈਠ ਕੇ ਗੁਰਬਾਣੀ ਦਾ ਕੀਰਤਨ ਸੁਣਦੇ ਨੇ। ਦਰਬਾਰ ਦੇ ਅੰਦਰ ਅੰਮ੍ਰਿਤ ਵੇਲੇ ਗੁਰਸ਼ਬਦ ਦੀ ਕਥਾ ਹੁੰਦੀ ਹੈ। ਦੀਵਾਨ ਦੀ ਸਮਾਪਤੀ ਤੋਂ ਬਾਅਦ ਲੰਗਰ ਦੀ ਮਰਿਆਦਾ ਵੀ ਪੰਡਤਾਂ ਨੇ ਉਸੇ ਤਰ੍ਹਾਂ ਦੇਖੀ। ਉਪਰੰਤ ਸ਼ਾਮਾਂ ਨੂੰ ਦਸਵੇਂ ਪਾਤਸ਼ਾਹ ਨੇ 2 ਪਾਸੇ ਕਰਕੇ ਤੇ ਦਸਵੇਂ ਪਾਤਸ਼ਾਹ ਨੇ ਗੱਤਕੇ ਦੀਆਂ ਖੇਡਾਂ, ਖੁੱਦੋ ਖੁੰਡੀ ਦੀਆਂ ਖੇਡਾਂ ਉਹ ਵੀ ਮਹਾਰਾਜ ਨੇ ਕਾਂਸ਼ੀ ਦੀ ਧਰਤੀ 'ਤੇ ਕੀਤੀਆਂ। ਗੁਰਦੇਵ ਮਹਾਰਾਜ ਨੇ ਨਦੀਆਂ ਦੇ ਵਿੱਚ ਅੱਸੀ ਨਦੀ ਤੇ ਗੰਗਾ ਨਦੀ 'ਤੇ ਮਹਾਰਾਜ ਨੇ ਕਿਸ਼ਤੀਆਂ 'ਤੇ ਸੈਰ ਕਰਨ ਜਾਣਾ। ਆ ਕੇ ਸ਼ਾਮਾਂ ਨੂੰ ਫਿਰ ਰਹਿਰਾਸ ਤੇ ਦੀਵਾਨਾਂ ਦੇ ਅੰਦਰ ਸਹਿਜ ਸਮਾਧੀ ਹੋ ਕੇ ਹਰੀ ਭਗਤੀ ਤੇ ਕੀਰਤਨ ਸੁਣਨਾ ਤੇ ਸ਼ਾਮ ਨੂੰ ਦਰਬਾਰਾਂ ਦੇ ਅੰਦਰ ਪੰਡਤਾਂ ਦੇ ਨਾਲ ਗੁਰਸਿੱਖਾਂ ਦੀ ਵੇਦਾਂਤ ਦੀਆਂ ਚਰਚਾਵਾਂ ਵੀ ਹੁੰਦੀਆਂ ਤੇ ਗੁਰਦੇਵ ਪੰਡਤਾਂ ਨੂੰ ਵੀ ਮੌਕਾ ਦਿੰਦੇ ਵੀ ਗੁਰੂ ਘਰ ਦੇ ਅੰਦਰ ਆ ਕੇ ਸੰਗਤ ਨੂੰ ਹਰੀ ਜਸ ਸਰਵਣ ਕਰਵਾਓ। ਤੇ ਇਸ ਪ੍ਰਕਾਰ ਮਹਾਰਾਜ ਕਾਂਸ਼ੀ 'ਚ ਕੁਝ ਕੁ ਦਿਨ ਰਹੇ। ਉਪਰੰਤ ਮਹਾਰਾਜ ਨੇ ਮਾਮਾ ਕਿਰਪਾਲ ਚੰਦ ਜੀ ਨਾਲ, ਮਾਤਾ ਗੁਜਰੀ ਤੇ ਮਾਤਾ ਨਾਨਕੀ ਜੀ ਨਾਲ ਸਲਾਹ ਕਰਦਿਆਂ ਅਗਲਾ ਪੜਾਅ ਕਰਨ ਦੀ, ਜੋ ਕਿ ਵੱਡਾ ਪੜਾਅ ਸੀ, ਅਯੋਧਿਆ ਕੀਤਾ। ਭਗਵਾਨ ਰਾਮ ਜੀ ਦੀ ਜਨਮ ਭੂਮੀ ਸੀ ਅਯੋਧਿਆ ਤੇ ਉਸ ਅਯੋਧਿਆ ਦੀ ਭੂਮੀ 'ਤੇ ਜਦੋਂ ਕਲਗੀਧਰ ਪਾਤਸ਼ਾਹ ਪਹੁੰਚੇ ਮਹਾਰਾਜ ਨੇ ਇੱਕ ਬਾਲ ਕੌਤਕ ਕੀਤਾ। ਉੱਥੇ ਬਾਂਦਰ ਬਹੁਤ ਸੀਗੇ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਮੁੱਠੀ ਭਰੀ ਚਨਿਆਂ ਦੀ ਤੇ ਬਾਂਦਰਾਂ ਦੇ ਮੂਹਰੇ ਸੁੱਟਤੀ ਤੇ ਮਹਾਰਾਜ ਕਲਗੀਧਰ ਪਾਤਸ਼ਾਹ ਹੁਣ ਬਾਂਦਰਾਂ ਦੇ ਨਾਲ ਕੌਤਕ ਵੀ ਕਰਦੇ ਨੇ। ਕੌਤਕ ਕਰਦਿਆਂ ਕਰਦਿਆਂ ਮਹਾਰਾਜ 2 ਘੜੀ ਉੱਥੇ ਖੇਡਣ ਲੱਗ ਜਾਂਦੇ ਨੇ ਤੇ ਉੱਥੇ ਅਯੋਧਿਆ ਦੀ ਸੰਗਤ ਦੇਖਦੀ ਹੈ ਵੀ ਮਹਾਰਾਜ ਕਿੰਨੇ ਚੋਜੀ ਪ੍ਰੀਤਮ ਨੇ। ਵਿਸ਼ਵਾਸ ਨਹੀਂ ਹੁੰਦਾ ਇਹਨਾਂ ਦੇ ਪਿਤਾ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਨੇ, ਜਿਨ੍ਹਾਂ ਦੇ ਅੰਦਰ ਇੰਨੀ ਸਹਿਨਸ਼ੀਲਤਾ, ਇੰਨਾ ਮਿੱਠਾ ਸੁਭਾਅ, ਗੁਰਬਾਣੀ ਦੇ ਰਸੀਏ, ਵਿਰਾਗ ਤੇ ਤਿਆਗ ਦੀ ਮੂਰਤ ਤੇ ਮਹਾਰਾਜ ਦਾ ਜਮੋ ਹੀ ਦੂਜਾ ਸਰੂਪ ਦੇਖਦੇ ਨੇ ਤੇ ਉਹ ਦੇਖਦੇ ਨੇ ਇਹਨਾਂ ਦੇ ਵੱਡ ਯੋਧਾ ਬਹੁ ਪਰਉਪਕਾਰੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਇਹਨਾਂ ਦੇ ਦਾਦਾ ਜੀ ਨੇ। ਬੜੇ ਪ੍ਰੇਮ ਦੇ ਨਾਲ ਮਹਾਰਾਜ ਨੂੰ ਅਯੋਧਿਆ ਦੀ ਸੰਗਤ ਮਿਲਦੀ ਹੈ। ਮਹਾਰਾਜ ਬਾਂਦਰਾਂ ਦੇ ਨਾਲ ਖੇਡ ਕੇ ਫਿਰ ਆ ਕੇ ਅਯੋਧਿਆ ਦੀ ਸੰਗਤ ਦੇ ਨਾਲ ਕੀਰਤਨ ਹਰੀ ਜਸ ਵਿੱਚ ਜੁੜਦੇ ਨੇ। ਉੱਥੇ ਵੀ ਮਹਾਰਾਜ 2 ਦਿਨ ਦਾ ਪੜਾਅ ਕਰਕੇ ਅਗਲਾ ਪੜਾਅ ਪਾਵਨ ਪਵਿੱਤਰ ਧਰਤੀ ਮਾਤਾ ਗੁਜਰੀ ਜੀ ਦਾ ਜੋ ਪੇਕਾ ਪਿੰਡ ਹੈ, ਕਲਗੀਧਰ ਪਾਤਸ਼ਾਹ ਦਾ ਨਾਨਕਾ ਪਿੰਡ, ਸਤਿਕਾਰਯੋਗ ਮਾਮਾ ਕਿਰਪਾਲ ਚੰਦ ਜੀ ਹੋਰਾਂ ਦੇ ਗ੍ਰਹਿ ਵਿਖੇ, ਜੋ ਕਿ ਲਖਨੌਰ ਸਾਹਿਬ ਦਸਵੇਂ ਪਾਤਸ਼ਾਹ ਅਗਲਾ ਪੜਾਅ ਕਰਦੇ ਨੇ। ਵਿੱਚੋਂ ਰਾਤੀ ਰਾਤ ਹੋਰ ਬੇਅੰਤ ਸਥਾਨਾਂ ਦੇ ਉੱਤੇ ਮਹਾਰਾਜ ਨੇ ਚਰਨ ਪਾਏ ਨੇ। ਪਰ ਜੋ ਇਤਿਹਾਸਿਕ ਖੋਜਾਂ ਨੇ ਸਾਡੇ ਕੋਲ, ਉਹ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਅਚੇ ਪ੍ਰਾਚੀਨ ਪੰਥ ਪ੍ਰਕਾਸ਼ ਨੇ। ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਰੋਜ਼ ਇਤਿਹਾਸਿਕ ਸਥਾਨਾਂ 'ਤੇ ਹੁੰਦੀ ਹੈ, ਜਿਵੇਂ ਪੰਜੋਖਰਾ ਸਾਹਿਬ, ਮੰਜੀ ਸਾਹਿਬ, ਬਾਦਸ਼ਾਹੀ ਬਾਗ, ਗੁਰਦੁਆਰਾ ਸਤਸੰਗਤ ਸਾਹਿਬ ਤੇ ਹੋਰ ਵੀ ਸਥਾਨਾਂ 'ਤੇ ਹੁੰਦੀ ਹੋਵੇਗੀ। ਤੇ ਉਹਨਾਂ ਦੇ ਅੰਦਰ ਇਹ 3 ਹਵਾਲੇ ਮੁੱਖ ਕਰਕੇ ਮਿਲੇ ਨੇ ਕਿ ਪਟਨਾ ਸਾਹਿਬ ਤੋਂ ਬਾਅਦ ਮਹਾਰਾਜ ਕਾਂਸ਼ੀ ਵਿਖੇ ਰੁਕੇ, ਕਾਂਸ਼ੀ ਤੋਂ ਬਾਅਦ ਅਯੋਧਿਆ, ਅਯੋਧਿਆ ਤੋਂ ਬਾਅਦ ਲਖਨੌਰ ਸਾਹਿਬ। ਤੇ ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਜਿਨ੍ਹਾਂ ਨੇ ਲਿਖਿਆ, ਉਹਨਾਂ ਨੇ ਵੀ ਇਸ ਗੱਲ ਦਾ ਹਵਾਲਾ ਦਿੱਤਾ ਹੈ। ਸੋ ਰਹੋ ਵਿਚਾਰ, ਜਦੋਂ ਮਹਾਰਾਜ ਲਖਨੌਰ ਸਾਹਿਬ ਆਏ ਨੇ, ਇੱਥੇ ਖਾਲਸਾ ਜੀ ਬੜੀ ਨੋਟ ਕਰਨ ਵਾਲੀ ਗੱਲ ਹੈ, ਇੱਥੇ 3 ਇਤਿਹਾਸਿਕ ਗੁਰਦੁਆਰੇ ਨੇ। ਮਹਾਰਾਜ ਦੇ ਨਾਨਕੇ ਪਿੰਡ ਦੇ ਅੰਦਰ ਸਭ ਤੋਂ ਪਹਿਲਾ ਜੋ ਇਤਿਹਾਸਿਕ ਗੁਰਦੁਆਰਾ ਹੈ, ਉਹ ਸੱਚੇ ਪਾਤਸ਼ਾਹ ਮਹਾਰਾਜ ਦਾ
लखनौर साहब जो माता गुजरी जी का नानक पेका पिंड है, उत्थे 10वें पातशाह महाराज का पलंग भी पिया जिथे महाराज विश्राम किया सी, ते माता गुजरी जी का पलंग भी पिया, ते 2 परातां भी पईयां जिस दे अंदर पुरातन लक्कड़ दीयां परातां ने वड्डे कुंडियां वालियां, तुसी दर्शन कर सकते हो। कार सेवा वाले महापुरुषों ने वो निशानियां जदों दरबार दे अंदर जाइए सज्जे पासे संभाल के रखियां, ते 10वें पातशाह दे तीर जमधाड़ 1-2 तीर ने ते एक जमधाड़ है, ते वो जेड़े महाराज दे पलंगे ने उन्हां दे कुछ पावे भी पए ने, जिस तो यह पता लगता है भी इत्थे होर भी ਸਿੰਘਾਂ ਦਾ पड़ा सी, पर समा पैण करके वो पुराने हो गए, वो पावे सुट्टे नहीं। जिन्ना कुछ सेवा संभाल वेले समान पुरातन एकत्रित होया वो साँभ के रखा गया। तो गुरुद्वारा साहिब विखे अज तो 10 साल पहले वो दास ने दर्शन भी किए ने, ते दास दे कोलों फोटो अज भी साँभी पई है। महाराजा रणजीत सिंह जी आए सीगे ते उन्होंने दर्शनी ड्योढ़ी के उत्ते एक लाल पत्थर लवाया सीगा। वो पत्थर का जिक्र पंजाबी यूनीवर्सिटी की किताब के अंदर दास ने पढ़िया, तो मैं वो फोटो लैन गया तो वो पत्थर उत्थे लग्या होया सीगा। वो दास दे कोल फोटो सुरक्षित पई है, एक लाल पत्थर दर्शनी ड्योढ़ी ते, क्योंकि महाराजा रणजीत सिंह जी की वो सोच सी बई दर्शनी ड्योढ़ी सब तो वधिया होनी चाहिए है। हर स्थान की दर्शनी ड्योढ़ी जो महाराजा साहब ने बनवाई, शेरे पंजाब जी ने वो बहुत सुंदर सुंदर बनवाइयाँ। तो जदों दर्शनी ड्योढ़ी श्री तुसी लखनौर साहिब की हुण अज तो उस पत्थर उधरों तोड़ दिता गया है, शायद उसकी पुरातनता का किते लिखण ना होने करके उसनों सधारण पत्थर समझ के तोड़ दिता गया है। पर दास दे कोल उहदी फोटो की कापी पई है जिसके अंदर वो पुरातन लाल पत्थर दर्शनी ड्योढ़ी ते लग्या होया सी। सो रहो विचार 10वें पातशाह महाराज ने पड़ा किया, उत्थे महाराज ने बेअंत कौतक कीते। जदों तुसी गुरुद्वारा साहब अज वाली बिल्डिंग देखोगे, लंगर हाल दे सामने एक पुरातन बौली खूह है जिथे दा पानी खारा सी, वो भी 10वें पातशाह महाराज दे वार नाल मिठा होया सी। आखना करो सतनाम। सो गुरुदेव महाराज लखनौर साहिब विखे सब तो पहला पड़ाव किया है। उपरंत इत्थे 10वें पातशाह 7 महीने रहे ने, ते 7 महीनों के अंदर 2 पावन पवित्र स्थान होर ने जो भानोखेड़ी पिंड नूं लगदे ने। एक है मरदो साहब, एक है गेंदसर साहब। जो गेंदसर साहब गुरुद्वारा है उसका पावन पवित्र इतिहास इस तरह है कि 10वें पातशाह महाराज खुदो खुंडी का खेड खेडते होंदे सीगे। वो हॉकी वर्गा ही होंदा है, पर हॉकी का खेड तो थोड़ा जिहा न्यारा होंदा है, क्योंकि उसके अंदर जी गेंद होंदी है उसके अंदर कोई आवाज़ करने वाले बंटे पाए जाते हैं। जो एक दूजे को पाले सुट्टी जाइए तो वह छन छन की आवाज़ के नाल अखां ते पट्टी बन के भी खेडी जा सकती है। आखना करो सतनाम। सो कलगीधर पातशाह महाराज खुदो खुंडी की वो खेड गेंदसर साहिब की धरती ते खेडते सीगे। ते कलगीधर पातशाह महाराज ने एक पाला जो सीगा, जिवें आपां गोल करिए गोलची दोने पासे खड़दा है, ते महाराज ने एक जो पासा सीगा वो गेंदसर साहिब नूं बनाया सी, ते दूसरा पासा मरदो साहिब नूं बनाया सी, ते नाल छोटी छोटी फौजां महाराज दे उस जगह के उत्ते वो खुदो खुंडी का खेड खेडदियां हुंदियां सी। ते दूसरा इतिहासिक वचन मरदो साहब नाल जुड़िया भी कलगीधर पातशाह महाराज जदों मरदो साहब पहुँचे ने ते उत्थे एक बहुत काला नाग महाराज दे बिल्कुल सामने आ गया। जेड़े बच्चे नाल छोटे खेड रहे सी वो डर गए, पर महाराज ने अपने भत्थे चो तीर कढ़ के चिल्ले ते चढ़ा के ते उस सर्प की नेत्र च मार के उसदा उद्धार किया सी। वो किसी जन्म का दैंत फसिया पिया सी ते महाराज ने उसदा उद्धार किया सीगा। मरदो साहब तुहाडे इलाके नेड़े ही है। गुरु कृपा दे नाल तकरीबन 10 मिनट लगते हैं जो स्थान ते दर्शन करन जाइए गड्डी ते। सो उत्थे महाराज ने एक तीसरा कौतक होर कीता। एक कोड़ी चल के आया सी गुरुदेव कोल मरदो साहब महाराज ने बचन कीते सी। वाहिगुरु गेंदसर साहब 10वें पातशाह ने बचन कीते सीगे, इत्थे एक छपड़ी है, उत्थे जपजी साहब का पाठ कोई तेरे लिए कर दवे, तू इशनान करें तो तेरा कोड़ दूर हो जाएगा। उस कोड़ी ने कहा महाराज मेरे लिए जपजी साहब का पाठ इत्ते कौन करेगा, मैंने तो बुला के कोई राजी नहीं पूरे पिंड च।
ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪ ਉਸ ਕੋਹੜੀ ਦੇ ਲਈ ਜਪਜੀ ਸਾਹਿਬ ਦਾ ਪਾਠ ਕਰਕੇ ਉਸ ਨੂੰ ਛੱਪੜੀ 'ਚ ਨਵਾਇਆ ਤੇ ਉਹਦਾ ਕੋਹੜ ਦੂਰ ਕੀਤਾ। ਤੇ ਕੋਹੜ ਦੂਰ ਕਰਨ ਉਪਰੰਤ ਗੁਰਦੇਵ ਮਹਾਰਾਜ ਨੇ ਵਰ ਦਿੱਤਾ, ਕਹਿੰਦੇ ਮਰਦੋ ਵਾਹਿਗੁਰੂ ਜਿਹੜਾ ਗੇਨਸਰ ਸਾਹਿਬ ਗੁਰਦੁਆਰਾ ਹੈ ਉਸ ਦੇ ਸਰੋਵਰ ਦੇ ਅੰਦਰ ਜੋ ਵੀ ਇਸ਼ਨਾਨ ਕਰੇਗਾ ਸ਼੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਉਹਦਾ ਹਰ ਤਰ੍ਹਾਂ ਦਾ ਦੁੱਖ ਦੂਰ ਹੋਵੇਗਾ। ਆਖਣਾ ਕਰੋ ਸਤਨਾਮ। ਸੋ ਤੀਸਰਾ ਪਾਵਨ ਪਵਿੱਤਰ ਸਥਾਨ ਲਖਨੌਰ ਸਾਹਿਬ ਦੇ ਨਾਲ ਭਾਨੂਖੇੜੀ ਪਿੰਡ ਦੇ ਅੰਦਰ ਮਰਦੋ ਸਾਹਿਬ ਹੈ। ਮਰਦੋ ਸਾਹਿਬ ਦੋਨੋਂ ਪਾਤਸ਼ਾਹੀਆਂ ਆਈਆਂ ਨੇ, 9ਵੀਂ ਪਾਤਸ਼ਾਹੀ ਵੀ ਆਈ ਹੈ ਤੇ 10ਵੇਂ ਪਾਤਸ਼ਾਹ ਵੀ ਆਏ ਨੇ। 9ਵੇਂ ਪਾਤਸ਼ਾਹ ਜਦੋਂ ਪਹਿਲੇ ਦੌਰੇ 'ਚ ਗਏ ਨੇ, ਜਦੋਂ ਮਹਾਰਾਜ ਰਾਜੇ ਰਤਨ ਰਾਏ ਹੋਰਾਂ ਨੂੰ ਤਾਰਨ ਗਏ ਨੇ, ਅਸਾਮ ਦੇ ਰਾਜੇ ਨੂੰ, ਰਾਜੇ ਰਾਮ ਹੋਰਾਂ ਨੂੰ, ਤਦੋਂ ਮਹਾਰਾਜ 9ਵੇਂ ਪਾਤਸ਼ਾਹ ਸਥਾਨ 'ਤੇ ਰੁਕੇ ਸੀ ਤੇ ਬੇਅੰਤ ਕੌਤਕ ਕਰੇ ਸੀਗੇ। ਤੇ ਦੂਸਰੇ ਪਾਸੇ ਜਦੋਂ 10ਵੇਂ ਪਾਤਸ਼ਾਹ ਆਏ ਤੇ ਮਹਾਰਾਜ ਨੇ ਜਦੋਂ ਖੁੱਦੋ ਖੁੰਡੀ ਦਾ ਖੇਡ ਖੇਡਦੇ ਸੀ ਤੇ ਜਿਹੜਾ ਦੂਜਾ ਪਾਸਾ ਸੀ ਉਹ ਮਰਦੋ ਸਾਹਿਬ ਬਣਾਇਆ ਹੋਇਆ ਸੀਗਾ ਕਲਗੀਧਰ ਪਾਤਸ਼ਾਹ ਨੇ, ਛੋਟੇ ਨਾਲ ਬੱਚੇ ਤੇ ਮਹਾਰਾਜ ਨੇ ਖੇਡਣਾ। ਇਸ ਪ੍ਰਕਾਰ ਹੈ ਤਿੰਨੋਂ ਗੁਰਦੁਆਰਿਆਂ ਦਾ ਇਤਿਹਾਸ ਹੈ। ਗੁਰਦੁਆਰਾ ਲਖਨੌਰ ਸਾਹਿਬ ਮਹਾਰਾਜ ਦਾ ਨਾਨਕਾ ਪਿੰਡ, ਮਰਦੋ ਸਾਹਿਬ ਜਿੱਥੇ ਮਹਾਰਾਜ ਜੀ 9ਵੇਂ ਪਾਤਸ਼ਾਹ ਦੇ 10ਵੇਂ ਪਾਤਸ਼ਾਹ ਆਏ, ਤੇ ਤੀਸਰਾ ਮਹਾਰਾਜ ਦਾ ਜੋ ਪਾਵਨ ਪਵਿੱਤਰ ਸਥਾਨ ਗੇਨਸਰ ਸਾਹਿਬ ਹੈ ਜਿੱਥੇ ਸਰਪ ਦਾ ਉਧਾਰ, ਕੋਹੜੀ ਦਾ ਉਧਾਰ ਤੇ ਮਹਾਰਾਜ ਨੇ ਖੁੱਦੋ ਖੁੰਡੀ ਦਾ ਖੇਡ ਸ਼ੁਰੂ ਕੀਤਾ ਸੀ। ਸੋ ਇੱਥੋਂ ਮਹਾਰਾਜ 10ਵੇਂ ਪਾਤਸ਼ਾਹ ਫੇਰ ਚਾਲਾਂ ਮਾਰਦੇ ਨੇ ਤੇ ਜਿਹੜੇ ਪੁਰਾਤਨ ਨਿਸ਼ਾਨੀਆਂ ਨੇ ਉਹ ਤੁਸੀਂ ਅੱਜ ਵੀ ਦਰਸ਼ਨ ਕਰ ਸਕਦੇ ਹੋ। ਇੱਥੋਂ ਮਹਾਰਾਜ ਫੇਰ ਚਾਲਾਂ ਮਾਰਿਆ ਹੈ ਤੇ ਇੱਥੋਂ ਕਈ ਇਤਿਹਾਸਿਕ ਬਚਨਾਂ ਦੇ ਅੰਦਰ ਖੋਜ ਤਾਂ ਕੋਈ ਲਿਖਤ ਨਹੀਂ ਮਿਲੀ, ਪਰ ਪੁਰਾਤਨ ਸਿੰਘਾਂ ਤੋਂ ਇਹ ਬਚਨ ਜ਼ਰੂਰ ਸੁਣਨ ਨੂੰ ਮਿਲਿਆ ਕਿ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਲਖਨੌਰ ਸਾਹਿਬ 7 ਮਹੀਨੇ ਰਹੇ ਨੇ ਤਦੋਂ ਹੀ ਉਹ ਗੁਰਦੁਆਰਾ ਮੰਜੀ ਸਾਹਿਬ ਵੀ ਆਏ ਨੇ ਜੋ ਅੰਬਾਲੇ ਦੇ ਅੰਦਰ ਹੈ। ਕਿਉਂਕਿ ਤੁਹਾਨੂੰ ਪਤਾ ਹੈ ਅੰਬਾਲੇ ਦੇ ਅੰਦਰ ਗੁਰਦੁਆਰਾ ਮੰਜੀ ਸਾਹਿਬ ਨੂੰ ਪਾਤਸ਼ਾਹੀ 6ਵੀਂ ਅਤੇ 10ਵੀਂ ਗੁਰਦੁਆਰਾ ਮੰਜੀ ਸਾਹਿਬ ਬੌਲੀ ਸਾਹਿਬ ਦੇ ਨਾਮ ਤੋਂ ਜਾਣਿਆ ਜਾਂਦਾ ਹੈ। 1612 ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਆਏ ਸੀਗੇ ਤੇ 10ਵੇਂ ਪਾਤਸ਼ਾਹ ਮਹਾਰਾਜ 9ਵੇਂ ਪਾਤਸ਼ਾਹ ਜੀ ਸ਼ਹਾਦਤ ਹੋਈ ਹੈ 1675 ਬਿਕਰਮੀ ਦੀ ਮੱਘਰ ਸੁਦੀ ਪੰਚਮੀ, ਤੇ ਉਸ ਤੋਂ 1674 ਦੇ ਅੰਦਰ ਦਾ ਗੇੜ ਲੱਗਦਾ ਵੀ ਮਹਾਰਾਜ ਇੱਥੇ ਆਏ ਹੋਣੇ। ਇਹ ਬਿਕਰਮੀ ਸੰਨ ਦਾ ਕੈਲੰਡਰ ਹੈ। ਸੋ ਰਹੋ ਵਿਚਾਰ 10ਵੇਂ ਪਾਤਸ਼ਾਹ ਮਹਾਰਾਜ ਜਦੋਂ ਲਖਨੌਰ ਸਾਹਿਬ ਰਹੇ ਨੇ ਤਦੋਂ ਹੀ ਪਾਤਸ਼ਾਹ ਨੇ ਗੁਰਦੁਆਰਾ ਬਾਦਸ਼ਾਹੀ ਬਾਗ ਵਿਖੇ ਆ ਕੇ ਵੀ ਚਰਨ ਪਾਏ ਨੇ। ਤੇ ਜਿਹੜੇ ਇਹ ਪਿੰਡ ਨੇ ਸ਼ੰਭੂ ਦੇ ਲਾਗੇ ਮਹਾਰਾਜ ਦੇ ਸ਼ਤੀਰ ਜਿੱਥੇ ਪਈ ਹੈ, ਊਂਟਸਰ ਸਾਹਿਬ ਦੇ ਲਾਗੇ ਦੇ ਪਿੰਡ ਨੇ, ਉਹ ਕਈ ਜਗ੍ਹਾ ਇਤਿਹਾਸਿਕ ਬਚਨ ਮਿਲੇ ਨੇ। ਜਦੋਂ ਮਹਾਰਾਜ ਪੌਂਟਾ ਸਾਹਿਬ ਤੋਂ ਜੰਗ ਜਿੱਤ ਕੇ ਆਏ ਨੇ ਵਾਪਸੀ ਇਹਨਾਂ ਸਥਾਨਾਂ ਦੇ ਚਰਨ ਪਾਏ ਨੇ। ਘੋਗੇ ਮਸੰਦ, ਚੇਤੋ ਮਸੰਦ ਹੋਰਾਂ ਨੂੰ ਦੰਡ ਵੀ ਦਿੱਤਾ ਹੈ। ਚਲੋ ਅੱਜ ਦਾ ਵਿਸ਼ਾ ਨਹੀਂ, ਫੇਰ ਕਦੀ ਗੁਰਦੇਵ ਕਿਰਪਾ ਕਰਨ ਤੇ ਉੱਧਰ ਦੇ ਗੁਰਦੁਆਰਿਆਂ ਦਾ ਇਤਿਹਾਸ ਵਿਚਾਰਾਂਗੇ। ਸੋ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਸ ਪ੍ਰਕਾਰ ਗੁਰਦੁਆਰਾ ਬਾਦਸ਼ਾਹੀ ਬਾਗ ਅੰਬਾਲੇ ਵਿਖੇ ਅਮੀਰ ਦੀਨ ਨੂੰ ਕਿਹਾ ਸੀ। ਅਮੀਰ ਦੀਨ ਨੇ ਮਹਾਰਾਜ ਨੂੰ ਕਿਹਾ, ਮਹਾਰਾਜ ਕਿ ਤੁਹਾਡੇ ਬਾਜ ਦੇ ਨਾਲ ਮੇਰਾ ਬਾਜ ਲੜਾਓ। ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਬਾਜਾਂ ਨਾਲ ਬਾਜ ਤਾਂ ਲੜਦੇ ਨੇ ਪਰ ਅਸੀਂ ਚਿੜੀਆਂ ਦੇ ਨਾਲ ਬਾਜ ਲੜਾਵਾਂਗੇ। ਮਹਾਰਾਜ ਦੀ ਚਿੜੀ ਦੇ ਨਾਲ ਇੱਕ ਬੈਠੀ ਅਟਾਰੀ ਤੇ ਬੈਠੀ ਦਰਖਤ ਤੇ ਬੈਠੀ ਚਿੜੀ ਨੂੰ ਇਸ਼ਾਰਾ ਕੀਤਾ ਤੇ ਮਹਾਰਾਜ ਨੇ ਉਸ ਨੂੰ ਬਾਜਾਂ ਦੇ ਨਾਲ ਲੜਵਾਇਆ। ਗੁਰਦੁਆਰਾ ਗੋਬਿੰਦਪੁਰਾ ਸਾਹਿਬ ਲੱਭੂ ਦੇ ਤਲਾਬ ਦੇ ਕੋਲ ਜਾ ਕੇ ਚਿੜੀਆਂ ਨੇ ਬਾਜ ਨੂੰ ਢਾਹ ਲਿਆ। ਕਲਗੀਧਰ ਪਾਤਸ਼ਾਹ ਦੇ ਬਚਨ ਸੱਤ ਹੋਏ ਤੇ ਫਿਰ ਇਤਿਹਾਸਿਕ ਗ੍ਰੰਥਾਂ ਦੇ ਅੰਦਰ ਇਹ ਬਚਨ ਕਲਗੀਧਰ ਪਾਤਸ਼ਾਹ ਦੀ ਰਸਨਾ ਤੋਂ ਉਚਾਰਨ ਦਰਜ ਹੋਏ। 1.25 लाख ते एक लड़ाऊं तबै गोबिंद सिंह नाम कहाऊं, चिड़ियों से मैं बाज तड़ाऊं तबै गोबिंद सिंह नाम कहाऊं। ਤੇ ਉਹ ਜਿਹੜੇ ਬਚਨ ਸੀਗੇ 1.25 लाख से एक लड़ाऊं ਉਹ ਚਮਕੌਰ ਸਾਹਿਬ ਦੀ ਧਰਤੀ ਤੇ ਸੱਤ ਕਰਕੇ ਦਿਖਾਏ। ਤੇ ਜਿਹੜੇ ਮਹਾਰਾਜ ਨੇ ਬਚਨ ਕਹੇ ਸੀ ਕਿ ਚਿੜੀਆਂ ਸੇ ਮੈਂ ਬਾਜ ਲੜਾऊं ਉਹ ਮਹਾਰਾਜ ਨੇ ਬਚਨ ਅੰਬਾਲੇ ਦੀ ਧਰਤੀ ਤੇ ਗੁਰਦੁਆਰਾ ਗੋਬਿੰਦਪੁਰਾ ਜਿਹੜਾ ਗੋਬਿੰਦ ਨਗਰ ਸਥਾਨ ਹੈ ਉੱਥੇ ਸੱਤ ਕਰਕੇ ਦਿਖਾਏ। ਸੋ ਰਹੋ ਵਿਚਾਰ ਕਲਗੀਧਰ ਪਾਤਸ਼ਾਹ ਮਹਾਰਾਜ ਇਸ ਤਰ੍ਹਾਂ ਨਗਰੋ ਨਗਰੀ ਪਿੰਡੋ ਪਿੰਡੀ ਹੁੰਦੇ ਮਹਾਰਾਜ ਕੀਰਤਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਪਹੁੰਚਦੇ ਨੇ। ਇੱਥੇ ਤੱਕ ਦਾ ਇਤਿਹਾਸ ਹੁਣ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਅਨੰਦਪੁਰ ਸਾਹਿਬ ਪਹੁੰਚਣ ਦਾ ਹੈ। ਪਰ ਕਈ ਇਤਿਹਾਸਿਕ ਗ੍ਰੰਥਾਂ ਦੇ ਅੰਦਰ ਇਹ ਵੀ ਮਹਾਂਪੁਰਸ਼ਾਂ ਤੋਂ ਸੁਣਨ ਨੂੰ ਮਿਲਦਾ ਹੈ ਬਈ ਜੋ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ 9ਵੇਂ ਪਾਤਸ਼ਾਹ ਦੀ
गिरफ्तारी की खबर सीगी वो महाराज नूं अयोध्या लग गई सी पता। उस तो बाद फिर महाराज अंबाले तो फिर आनंदपुर साहिब वल गए ने। पर कुछ इतिहासिक खोजां ने यह भी गल लिखी है जो कि प्रमाणित लगती है बई कलगीधर पातशाह महाराज के समय ही कश्मीरी पंडित आए सी ते महाराज ने बचन कीते सीगे कलगीधर पातशाह ने बई महापुरुषों तुहाडे तो वड्डा किहड़ा महापुरुष है जिहड़ा सीस दा बलिदान देवे। ते तद महाराज उस तो बाद गए ने। दोनों इतिहासिक बचनों तो तत्सार यह मिलता है कि कलगीधर पातशाह नूं अपने पिता गुरदेव दे उत्ते पूरी निष्ठा है ते महाराज दोनों बचना जिहड़े इतिहासिक बचन ने उस ते साडा सिर झुकदा है। असीं विश्वास दोनों पासे गुरदेव की कृपा नाल रखते हैं क्योंकि खालसा जी इतिहास के उत्ते किंतु परंतु करन वाले इस शरधा तो हीने व्यक्ति की जानन गुरदेव की कलावां नूं ते जिहड़े महापुरुषां ने इतिहास लिखिया है वो उन्हां दे उत्ते किंतु करते हैं जिहड़े आप काव्या की एक पंक्ति भी नहीं लिख सकते। आप काव्या की एक पंक्ति नहीं लिखना जानते ते कवि राज भाई साहब भाई संतोख सिंह चूड़ामनी दे पावन पवित्र लिखे ग्रंथ श्री गुर प्रताप सूरज ग्रंथ ते किंतु आप एक पंक्ति लिखना भी नहीं जानते काव्या की ते जिन्हां ने तकरीबन 6,500 छंद लिख के एडा वड्डा भारी ग्रंथ तैयार किया जिसते 11,000 सफ़े ने। कुरुक्षेत्र यूनीवर्सिटी के अंदर जो श्री गुर प्रताप सूरज ग्रंथ है वो लेंथ वाइज सब तो वड्डा ग्रंथ मन्निया गया। उस तो वड्डा काव्या रचना के अंदर किसी ने भी ग्रंथ नहीं लिखिया। तो यह जिहड़े महापुरुष होए ने कविराज भाई संतोख सिंह जी यह निर्मल भेख तो होए ने। काशी विखे 10वें पातशाह जब रुके ने ना तो उत्थे महाराज नूं पंडितां ने आशीर्वाद दिता सी पर दूजे पासे कलगीधर पातशाह महाराज ने कहा तुसीं सानूं आशीर्वाद दिता है भी तुहाडे घर दे अंदर विद्या रवे। महाराज कहंदे असीं 10वें जामे दे अंदर इत्थे अपने सिंह वेदांत पढ़न लई भेजांगे। सो निर्मल भेख का भी खालसा जी इतिहास चलो सामने आ गया है वो भी 2 मिनट सुन लो। आखना करो सतनाम। जिहड़ा निर्मल भेख है खालसा जी वो बड़ा पावन पवित्र भेख है। मारिया सिक्का जगत विच नानक निर्मल पंथ चलाया। कलगीधर पातशाह महाराज का जो घर है ना वो एक फुल्लां दी बगीची है। उस दे अंदर गुलाब दे फुल भी ने गेंदे दे भी ने चमेली दे भी ने बेअंत तरह के फुल ने। जिस फुल्लां दे अंदर सब तो ज़्यादा महक होवे गुरदेव महाराज नूं भेटा होण उन्हां चों एक फुल निर्मल भेख भी है। वो जिहड़े महापुरुष ने कलगीधर पातशाह महाराज ने 1696 के अंदर गुरुद्वारा पौंटा साहिब की धरती तो महाराज ने हाक लाई 5 ਸਿੰਘਾਂ नूं। उन्हां 5 ਸਿੰਘਾਂ चों सब तो पहले बाबा करम सिंह जी, दूसरे बाबा गंडा सिंह जी, तीसरे भाई राम सिंह जी ते चौथे भाई वीर सिंह जी, 5वें भाई ईशर सिंह जी ते एक सैना सिंह जी नाम आया। सैना सिंह ज़्यादा प्रमुख आया, ईशर सिंह जी का नाम दास ने घट लिखतां च पढ़िया। यह 5 सिंह तैयार बर तैयार महाराज के मूहरे हथ जोड़ के खलो गए तो इन्हों ने महाराज कलगीधर पातशाह ने महाराज 1696 की गल है 1708 गुरुदेव ज्योति जोत समाए ने। 1696 के अंदर महाराज दे ज्योति जोत समान तो तकरीबन 12 साल पहला की गल है। महाराज ने कहा भी गुरु घर के अंदर विद्या का बहुत प्रचार है। गुरु घर के अंदर विद्या बहुत उच्च तरीके नाल पढ़ाई जाती है तो पढ़ी जाती है पर गुरु घर के अंदर वेदांत का गुरु घर के अंदर जीव की है आत्मा की है उहदे अर्थां का बोध घट ਸਿੰਘਾਂ नूं है। फिर गुरुदेव ने 5 ਸਿੰਘਾਂ नूं पौंटा साहिब की धरती ते भेजण लई भेजिया। सब तो पहले कांशी विखे जिथे महाराज बचपन च रह के आए ने ते कांशी विखे जिथे भेजिया सी उत्थे अज चेतन मठ गुरुद्वारा साहब है। आखना करो सतनाम। वो गुरुद्वारा चेतन मठ साहिब विखे 10वें पातशाह ने वो 5 ਸਿੰਘਾਂ नूं भेजिया। महाराज ने कहा सी तुहानूं वर दे के भेजदे आ जिहड़े विद्वान पंडित 12 साल के अंदर विद्या पढ़नगे ना वो विद्या तुसी सारे 12 साल की विद्या 12 महीनों च पढ़ोगे। आखना करो सतनाम। वो महापुरुष कलगीधर पातशाह का बचन मन के
उस धरती ते पहुँचे, पर उत्थे दे विद्वान पंडितां ने उन्हां सिंघां नूं जदों देखिया, उन्होंने गातरे पाए, शस्त्रधारी एडे एडे दमाले चक्कर, वो पंडितां नूं भै आया। वो पंडित कहंदे असीं तुहाडे तो भै करदे हां, तुसीं शस्त्र ला के आओ। वो पंजे सिंह महाराज कोल वापस आए, कहा महाराज बिना शस्त्र नरंग भेड़ जानो। महाराज असीं तां भेड़ दे समान हो जाएंगे जे साडे शस्त्र उतार ले। कलगीधर पातशाह कहंदे नहीं, तुहानूं केस कतल करन लई तां नहीं कहंदे। महाराज कहंदे अपने शस्त्र सानूं सपुरद करके जाओ। गुरमत दी विद्या प्राप्त करन दे लई तुसीं अपने शस्त्र उतार के गातियां पा के जाओ। ਜਿਹੜੇ ਭਗਵੇਂ ਵਸਤਰ ਨੇ, ਪੀਤ ਵਸਤਰ ਨੇ ਜੋ ਭਗਵਾਨ ਕ੍ਰਿਸ਼ਨ ਨੇ ਧਾਰਨ ਕਰੇ ਸੀ, ਉਹ ਵਸਤਰ ਧਾਰਨ ਕਰਕੇ ਹੱਥ 'ਚ ਚਿੱਪੀਆਂ ਲੈ ਕੇ ਉਹ ਪੰਜੋਂ ਸਿੰਘ ਬਾਬਾ ਰਾਮ ਸਿੰਘ, ਗੰਡਾ ਸਿੰਘ, ਵੀਰ ਸਿੰਘ, ਉਹ ਇਤਿਆਦ ਪੰਜੋਂ ਸਿੰਘ ਮਹਾਰਾਜ ਦੇ ਕਾਂਸ਼ੀ ਵਿਖੇ ਪਹੁੰਚੇ ਤੇ ਉਹਨਾਂ ਨੇ ਬਹੁਤ ਲੰਬਾ ਚਿਰ वेदांत ਦੀ, ਵਿਆਕਰਣ ਦੀ ਤੇ ਹੋਰ ਬੜੇ ਗੂੜੇ ਗ੍ਰੰਥਾਂ ਦੀ ਵਿਦਿਆ ਪ੍ਰਾਪਤ ਕੀਤੀ। ਉਹ ਵਿਦਿਆ ਪ੍ਰਾਪਤ ਕਰਕੇ ਉਹ ਕਲਗੀਧਰ ਪਾਤਸ਼ਾਹ ਮਹਾਰਾਜ ਕੋ ਅਨੰਦਪੁਰ ਸਾਹਿਬ ਆਏ ਤੇ ਮਹਾਰਾਜ ਨੇ ਪੰਜਾਂ ਪਿਆਰੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ, ਭਾਈ ਸਾਹਿਬ ਸਿੰਘ, ਭਾਈ ਮੋਖਮ ਸਿੰਘ ਇਤਿਆਦ ਸਿੰਘਾਂ ਦੇ ਨਾਲ ਮਹਾਰਾਜ ਨੇ ਉਹਨਾਂ ਨੂੰ ਜਦੋਂ ਬਿਠਾਇਆ ਨਾ ਦਰਬਾਰ ਦੇ ਅੰਦਰ, ਇੱਕ ਪਾਸੇ ਨੀਲਾ ਬਾਣਾ, ਇੱਕ ਪਾਸੇ ਮਹਾਰਾਜ ਦਾ ਕੇਸਰੀ ਰੰਗ ਦਾ ਖਾਲਸਾ ਤਿਆਰ ਬਰ ਤਿਆਰ ਗਾਤੀਆਂ ਲਾ ਕੇ ਬੈਠਾ। ਉੱਥੇ ਦੇਖਣ ਵਾਲਾ ਨਜ਼ਾਰਾ ਸੀ ਖਾਲਸਾ ਜੀ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਗੁਰਬਾਣੀ ਦੇ ਅਰਥ ਜਦੋਂ ਉਨ ਪੰਜਾਂ ਸਿੰਘਾਂ ਤੋਂ ਕਰਵਾਏ ਸੀ ਨਾ, ਨਿਰਮਲੇ ਭੇਖ ਲਿਆਂ ਤੋਂ, ਸਾਰਿਆਂ ਦੇ ਅੰਤਿਸ਼ਕਰਨ ਠੰਡੇ ਹੋ ਗਏ ਤੇ ਮਹਾਰਾਜ ਨੇ ਕਿਹਾ ਅੱਜ ਤੋਂ ਨਿਰਮਲ ਪੰਥ ਦੀ ਮਰਿਆਦਾ ਵੀ ਗੁਰੂ ਘਰ ਦੇ ਅੰਦਰ ਰਹੇਗੀ। ਗੁਰੂ ਘਰ ਦੇ ਅੰਦਰ ਖਾਲਸਾ ਜੀ ਜੋ ਪੜ੍ਹਨ ਜਾਂਦੇ ਨੇ, ਸਾਡੇ ਅੰਬਾਲੇ ਦੀ ਧਰਤੀ ਤੋਂ ਭਾਈ ਰੁਪਿੰਦਰ ਸਿੰਘ ਗਏ ਨੇ, ਉਹ ਤਕਰੀਬਨ 10 ਸਾਲ ਦੀ ਵਿਦਿਆ 4 ਸਾਲ 'ਚ ਪੜ੍ਹ ਕੇ ਆਏ ਨੇ। ਗਿਆਨੀ ਸ਼ੇਰ ਸਿੰਘ ਜੀ ਵੀ ਉੱਥੇ ਪੜ੍ਹ ਕੇ ਆਏ, ਗਿਆਨੀ ਹਰਸਿਮਰਨ ਸਿੰਘ ਵੀ ਪੜ੍ਹ ਕੇ ਆਏ ਤੇ ਜਿਵੇਂ ਜਿਵੇਂ ਮਹਾਰਾਜ ਨੇ ਕਿਰਪਾ ਕੀਤੀ ਦਾਸ ਫਿਰ ਉਹਨਾਂ ਤੋਂ ਹੀ ਵਿਦਾਂਤ ਪੜ੍ਹੇ ਅਸੀਂ। ਉਹ ਵਿਦਾਂਤ ਦੇ ਜੋ ਅਰਥ ਪੜ੍ਹੇ ਬਿਨਾਂ ਗੁਰਬਾਣੀ ਦੇ ਅਰਥ ਖੁੱਲ੍ਹਦੇ ਨਹੀਂ। ਉਹ ਗੁਰਬਾਣੀ ਦੇ ਅਰਥਾਂ ਨੂੰ ਪੜ੍ਹਨਾ ਜੋ ਇੱਛੁਕ ਹੋਵੇ ਉਸ ਨੂੰ ਵਿਦਾਂਤ ਦੇ ਕੁਝ ਗ੍ਰੰਥ ਪੜ੍ਹਨੇ ਪੈਂਦੇ ਨੇ। ਜਿਸ ਤਰ੍ਹਾਂ ਉਦਾਹਰਣ ਦੇ ਤੌਰ 'ਤੇ ਸਮਝ ਲਵੋ ਜੀ, ਟਕਸਾਲ ਦੇ ਅੰਦਰ ਜਦੋਂ ਕੋਈ ਵਿਦਿਆਰਥੀ ਪੜ੍ਹਨ ਜਾਂਦਾ ਹੈ ਨਾ, ਉਸ ਨੂੰ ਸਭ ਤੋਂ ਪਹਿਲਾ ਗ੍ਰੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਹੀਂ ਪੜ੍ਹਾਉਂਦੇ ਜੇ ਅਰਥਾਂ ਦੀ ਇੱਛਾ ਰੱਖਦਾ ਹੋਵੇ। ਸਭ ਤੋਂ ਪਹਿਲੇ ਉਹਨੂੰ ਸਾਰ ਕਿਤਾਵਲੀ ਪੜ੍ਹਾਉਂਦੇ ਨੇ, ਜਿਹਨੂੰ ਸੂਕ ਕਿਤਾਵਲੀ ਵੀ ਕਹਿੰਦੇ ਨੇ, ਸਭਾਜਿਤ ਗ੍ਰੰਥ ਵੀ ਕਹਿੰਦੇ ਨੇ। ਉਪਰੰਤ ਫਿਰ ਚਾਣਕਿਆ ਰਾਜਨੀਤੀ ਪੜ੍ਹਾਉਂਦੇ ਨੇ, ਫਿਰ ਪੜ੍ਹਾਉਂਦੇ ਪੜ੍ਹਾਉਂਦੇ ਵਿਰਾਗ ਸ਼ਤਕ ਪੜ੍ਹਾਉਂਦੇ ਨੇ, ਫਿਰ ਹਨੂਮਾਨ ਨਾਟਕ, ਕਿਉਂਕਿ ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ 12ਵੇਂ ਮੁਖੀ ਜਦੋਂ ਪੰਜੋਖੜਾ ਸਾਹਿਬ ਰਹੇ ਨੇ ਤੇ ਉਹ ਪਹਿਲਾ ਜੋ ਪਾਠੀ ਹੁੰਦਾ ਸੀ ਜਿਹਨੂੰ ਕਥਾ ਤੇ ਬਿਠਾਉਂਦੇ ਸੀਗੇ, ਉਸ ਨੂੰ ਪਹਿਲੇ ਹਨੂਮਾਨ ਨਾਟਕ ਦੇ ਅਰਥ ਸੁਣਦੇ ਸੀ। ਕਹਿੰਦੇ ਜੇ ਹਨੂਮਾਨ ਨਾਟਕ ਦੇ ਅਰਥ ਨਹੀਂ ਆਉਂਦੇ ਤਾਂ ਤੂੰ ਗੁਰੂ ਗ੍ਰੰਥ ਸਾਹਿਬ ਦੇ ਅਰਥ ਕੀ ਕਰੇਂਗਾ। ਆਖਣਾ ਕਰੋ ਸਤਨਾਮ। ਅੱਜ ਕਈ ਮੂਰਖ ਪ੍ਰਚਾਰਕ ਇਹ ਵੀ ਕਹਿੰਦੇ ਨੇ ਇੱਕ ਗ੍ਰੰਥ ਇੱਕ ਪੰਥ। ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਦੇ ਲਈ ਤਾਂ ਕਰੋੜਾਂ ਗ੍ਰੰਥ ਪਹਿਲਾਂ ਪੜ੍ਹਨੇ ਪੈਣੇ ਨੇ। ਸੋ ਐਸੀ ਪ੍ਰਕਾਰ ਪ੍ਰਬੋਧ ਚੰਦਰ ਨਾਟਕ, ਵਿਚਾਰ ਮਾਲਾ ਇਤਿਆਦ ਗ੍ਰੰਥ ਟਕਸਾਲਾਂ 'ਚ ਪੜ੍ਹਾਏ ਜਾਂਦੇ ਨੇ। ਸਾਂਖਿਆ ਸ਼ਾਸਤਰ, ਹੋਰ ਬੇਅੰਤ ਗ੍ਰੰਥ, ਵੇਦਾਂਤ ਸਾਰ, ਇਹ ਗ੍ਰੰਥ ਪੜ੍ਹੇ ਬਿਨਾਂ ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਦੀ ਸੋਝੀ ਨਹੀਂ ਪੈਂਦੀ। ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਨੂੰ ਪੜ੍ਹਨ ਲਈ ਇਹਨਾਂ ਗ੍ਰੰਥਾਂ ਦਾ ਪੜ੍ਹਨਾ ਪੈਂਦਾ ਹੈ, ਵਿਆਕਰਨ ਪੜ੍ਹਨੀ ਪੈਂਦੀ ਹੈ। ਸੋ ਰਹੋ ਵਿਚਾਰ। ਇਸ ਪ੍ਰਕਾਰ ਉਹ ਜਿਹੜੇ 5 ਸਿੰਘ ਸੀਗੇ ਗੁਰੂ ਘਰ ਦੇ ਅੰਦਰ ਨਿਰਮਲ ਭੇਖ ਲੈ ਕੇ ਆਏ। ਅੱਜ ਉਹਨਾਂ ਦੀ ਸੰਪਰਦਾ ਦੇ ਜੋ ਮੁਖੀ ਨੇ ਬਾਬਾ ਗਿਆਨਦੇਵ ਸਿੰਘ ਜੀ ਮਹਾਰਾਜ, ਉਹ ਨਿਰਮਲ ਭੇਖ ਦੇ ਮੁਖੀ ਨੇ ਤੇ ਜਿਹੜੇ ਉਹਨਾਂ ਦੇ ਥੱਲੇ ਬਾਬਾ ਗਿਆਨਦੇਵ ਸਿੰਘ ਜੀ ਦੇ ਤੋਂ ਪੜ੍ਹੇ ਨੇ ਉਹ ਸੰਤ ਦਰਸ਼ਨ ਸਿੰਘ ਜੀ ਕਾਂਸ਼ੀ ਵਾਲੇ, ਬਨਾਰਸ ਵਾਲੇ, ਉਹਨਾਂ ਦੇ ਵਿਦਿਆਰਥੀ ਨੇ ਭਾਈ ਰੁਪਿੰਦਰ ਸਿੰਘ ਜੀ। ਦਾਸ ਨੇ ਉਹਨਾਂ ਨੂੰ ਬੇਨਤੀ ਕੀਤੀ ਹੈ ਸ਼ਾਇਦ ਉਹ ਸੋਮਵਾਰ ਨੂੰ ਲੈ ਕੇ ਸ਼ੁੱਕਰਵਾਰ ਤੱਕ ਕਥਾ ਕਰਨਗੇ। ਖਾਲਸਾ ਜੀ ਉਹਨਾਂ ਦੀ ਸਾਡੀਆਂ ਤਾਂ ਗੱਲਾਂ ਬਾਤਾਂ ਹੀ ਨੇ, ਉਹਨਾਂ ਦਾ ਮਹਾਂਪੁਰਸ਼ਾਂ ਦਾ ਕਮਾਇਆ ਜੀਵਨ ਹੈ। ਦਾਸ ਨੇ ਬੇਨਤੀ ਕੀਤੀ ਹੈ ਉਹਨਾਂ ਨੂੰ ਵੀ ਜੇ ਉਹ ਆ ਕੇ 4 ਦਿਨ ਹਾਜ਼ਰੀ ਭਰਨ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਨੂੰ ਨਿਰਮਲ ਭੇਖ ਜਿਵੇਂ ਇਤਿਹਾਸ ਸੁਣਾਉਂਦਾ ਉਵੇਂ ਇਤਿਹਾਸ ਸੁਣਾਉਣ। ਤੇ ਜੇ ਉਹਨਾਂ, ਕਿਉਂਕਿ ਉਹ ਕਥਾ ਨਹੀਂ ਕਰਦੇ, ਸਟੇਜ ਤੇ ਬੋਲਦੇ ਨਹੀਂ, ਉਹ ਵਿਦਿਆ ਪਠਨ ਪਾਠਨ ਹੀ ਕਰਾਉਂਦੇ ਨੇ। ਬੇਨਤੀ ਤਾਂ ਮੈਂ ਉਹਨਾਂ ਨੂੰ 1 ਮਹੀਨੇ ਦੀ ਕਰ ਰਿਹਾ ਪਰ ਹਜੇ ਤੱਕ ਪ੍ਰਵਾਨ ਨਹੀਂ ਹੋਈ। ਚਲੋ ਗੁਰੂ ਸਾਹਿਬ ਕਿਰਪਾ ਕਰਨ, ਜੇ ਉਹ ਆ ਜਾਣ ਉਹਨਾਂ ਦੀ ਖੁਸ਼ੀ ਹੈ। ਸੋ ਰਹੋ ਵਿਚਾਰ। ਇਸ ਪ੍ਰਕਾਰ ਕਲਗੀਧਰ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਪਹੁੰਚ ਗਏ ਨੇ ਤੇ ਦੂਜੇ ਪਾਸੇ 9ਵੇਂ ਪਾਤਸ਼ਾਹ ਮਹਾਰਾਜ ਦਿੱਲੀ ਵਿਖੇ ਪਹੁੰਚ ਗਏ ਨੇ।
महाराज शहादत देण वाल हुण अगे वध रहे ने ते उधरों 10वें पातशाह महाराज शस्त्र ते शास्त्र की विद्या वाल निपुण हो रहे ने। ਉਹ ਇਤਿਹਾਸ ਅਸੀਂ ਇੱਥੇ ਤੱਕ ਸਰਵਣ ਕੀਤਾ ਹੈ। ਹੁਣ ਅੱਗੇ 3 ਦਿਨ ਦਾ ਵਿਸ਼ਰਾਮ ਹੈ ਕਥਾ ਦਾ, ਕਿਉਂਕਿ ਕੱਲ ਪਾਠ ਰੱਖਣਾ ਹੈ ਸ਼ੁੱਕਰ ਸ਼ਨੀ ਤੇ ਐਤ ਦਾ। ਸੋਮਵਾਰ ਨੂੰ ਫਿਰ ਗੁਰਦੁਆਰਾ ਪ੍ਰੀਤਨਗਰ ਸਾਹਿਬ ਵਿਖੇ ਹੀ ਸ਼ਲੋਕ ਮਹੱਲੇ 9ਵਿਆਂ ਦੀ ਮਹਾਰਾਜ ਦੀ ਸ਼ਹਾਦਤ ਦੀ ਕਥਾ ਸ਼ੁਰੂ ਹੋ ਜਾਵੇਗੀ ਤੇ ਸ਼ੁੱਕਰਵਾਰ ਨੂੰ ਤਕਰੀਬਨ ਕਥਾ ਦੇ ਸਮਾਪਤੀ ਵੱਲ ਪਹੁੰਚਾਂਗੇ। ਸ਼ਨੀਵਾਰ ਨੂੰ ਫਿਰ 10 ਤੋਂ 11 ਵਜੇ ਤੱਕ ਗਿਆਨ ਭਾਈ ਕਾਰਜ ਸਿੰਘ ਜੀ ਹਜੂਰੀ ਰਾਗੀ ਦਰਬਾਰ ਸਾਹਿਬ ਵਾਲਿਆਂ ਨੇ ਕੀਰਤਨ ਕਰਨਾ ਹੈ ਤੇ 11 ਤੋਂ 11:15 ਤੱਕ ਬੱਚਿਆਂ ਨੇ ਕਵਿਤਾ ਪੜ੍ਹਨੀ ਹੈ ਜਿਹੜੇ ਤਿਆਰ ਕਰ ਰਹੇ ਨੇ। 11:15 ਤੋਂ ਲੈ ਕੇ 12:15 ਤੱਕ ਵਿਦਿਆ ਮਾਰਤੰਡ ਸੰਤ ਗੁਰਬਚਨ ਸਿੰਘ ਜੀ ਦੇ ਵਰਸਾਏ ਪ੍ਰੇਮ ਭਰੇ ਵਿਦਿਆਰਥੀ ਸੰਤ ਗਿਆਨੀ ਇੰਦਰਜੀਤ ਸਿੰਘ ਜੀ ਰਕਬੇ ਵਾਲੇ ਮਹਾਂਪੁਰਸ਼ਾਂ ਨੇ ਕਥਾ ਤੇ ਆਉਣਾ। ਤੇ ਸ਼ਨੀਵਾਰ ਸੰਗਤ ਨੂੰ ਬੇਨਤੀ ਹੈ ਉਸ ਟਾਈਮ ਸਿਰ ਗੁਰਦੁਆਰਾ ਸਾਹਿਬ ਆ ਜਾਣ। ਬੀਬੀਆਂ ਦੇ ਚਰਨਾਂ 'ਚ ਬੇਨਤੀ ਹੈ ਵੀ ਘਰ ਉਸ ਦਿਨ ਕੰਮ ਜਲਦੀ ਸੰਕੋਚ ਕੇ ਵੀ 9 9:30 ਵੇਲੇ ਹੋ ਕੇ ਆਪਾਂ ਦਰਬਾਰ 'ਚ ਪਹੁੰਚਣਾ। ਉਸ ਦਿਨ ਲਾਜ਼ਮੀ ਹਾਜ਼ਰੀ ਭਰਨੀ ਹੈ। ਆਓ ਹੁਣ 9ਵੇਂ ਪਾਤਸ਼ਾਹ ਦੇ ਸ਼ਲੋਕਾਂ ਦੀ ਕਥਾ ਜੋ ਕੱਲ ਪਹਿਲੇ ਸ਼ਲੋਕ ਦੀ ਹੋ ਗਈ ਸੀ, ਆਓ ਹੁਣ ਅੱਗੇ ਸ਼ਲੋਕ ਸਰਵਣ ਕਰੀਏ। ਵਾਹਿਗੁਰੂ ਸਾਹਿਬ ਜੀ ਲਿਖਿਆ ਦੱਸਿਓ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ। ਗੁਰਦੇਵ ਮਹਾਰਾਜ ਕਹਿੰਦੇ ਤੂੰ ਕਿਉਂ ਵਿਖਿਆਂ ਦੇ ਅੰਦਰ ਰਚਿਆ ਹੋਇਆ ਹੈ। ਵਾਹਿਗੁਰੂ ਦੇ ਸਿਮਰਨ ਤੋਂ ਟੁੱਟ ਕੇ, ਗੁਰੂ ਦੀ ਭਗਤੀ ਤੋਂ ਟੁੱਟ ਕੇ ਵਿਖੇ ਰਸਿਆਂ ਦੇ ਅੰਦਰ ਪਰਾਇਆ ਰੂਪ ਪਰਾਏ ਧਨ ਦੇ ਅੰਦਰ ਉਸ ਦੇ ਨਾਲ ਰਚਿਓ, ਉਹਦੇ ਨਾਲ ਮਨ ਖੋਭੀ ਬੈਠਾ। ਨਿਮਖ ਨਾ ਹੋਏ ਉਦਾਸ। ਪਰ ਤੂੰ ਜੇ ਵਿਖਿਆਂ ਦੇ ਅੰਦਰ ਮਨ ਉਦਾਸ ਕਰਕੇ ਬਹਿ ਗਿਆ ਨਾ ਬਈ ਹੁਣ ਤਾਂ ਮੈਨੂੰ ਗੁਰਬਾਣੀ ਦੇ ਅਰਥ ਸਮਝ ਨਹੀਂ ਆਉਂਦੇ, ਮੈਂ ਕੀ ਪੜ੍ਹਾਂ, ਮੇਰਾ ਇੰਨੇ ਜ਼ਿਆਦਾ ਮੇਰੇ ਅੰਦਰ ਕਾਮ ਹੈ, ਮੈਂ ਕਿਉਂ ਗੁਰਬਾਣੀ ਪੜ੍ਹਾਂ। ਮਹਾਰਾਜ ਕਹਿੰਦੇ ਉਦਾਸ ਨਾ ਹੋ। ਕਹੋ ਨਾਨਕ ਭਜ ਹਰਿ ਮਨਾ ਪਰੈ ਨਾ ਜਮ ਕੀ ਫਾਸ। ਗੁਰਦੇਵ ਕਹਿੰਦੇ ਹਜੇ ਵੀ ਕੁਝ ਨਹੀਂ ਵਿਗੜਿਆ, ਤੂੰ ਹਰੀ ਦਾ ਨਾਮ ਜਪ ਲੈ। ਹਰੀ ਦਾ ਨਾਮ ਜਪ ਕੇ ਤੂੰ ਵਾਹਿਗੁਰੂ 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 ਮੰਤਰ ਜਪ ਕੇ ਤੈਨੂੰ ਜਮਾਂ ਦੀ ਫਾਈ ਨਹੀਂ ਪਵੇਗੀ। ਤਰਨਾ ਹੋਇਓ ਹੀ ਗਇਓ ਲਿਓ ਜਰਾ ਤਨ ਚੇਤ। ਤਰਨਾਪੋ ਕਹਿੰਦੇ ਨੇ ਜਵਾਨੀ ਨੂੰ। ਮਹਾਰਾਜ ਕਹਿੰਦੇ ਜਿਹੜੀ ਤੇਰੀ ਜਵਾਨੀ ਹੈ ਉਹ ਐਦਾਂ ਹੀ ਬੀਤੀਤ ਹੋ ਰਹੀ ਹੈ। ਜਰਾ ਕਹਿੰਦੇ ਨੇ ਬੁਢੇਪੇ ਨੂੰ। ਤੇਰਾ ਬੁਢੇਪਾ ਜਿਹੜਾ ਹੈ ਉਹ ਹੁਣ ਨਿਕਲ ਕੇ ਬਾਹਰ ਆਉਂਦਾ। ਜਦੋਂ ਸਾਡੇ ਕੇਸ ਧੌਲੇ ਹੋਣ ਲੱਗ ਜਾਣ ਨਾ, ਪਹਿਲਾ ਕੇਸ ਧੌਲਾ ਹੋ ਜਾਵੇ ਤੇ ਸਮਝ ਲਵੋ ਉਸ ਦਿਨ ਬੁਢੇਪਾ ਆ ਗਿਆ। ਅਸੀਂ ਲੱਖਾਂ ਯਤਨ ਕਰ ਲਈਏ, ਚਲੋ ਕੇਸਾਂ ਤੇ ਰੰਗ ਲਾ ਲਵਾਂਗੇ, ਗੋਡਿਆਂ ਦੀ ਪੀੜ ਸ਼ੁਰੂ, ਦੰਦਾਂ ਨੂੰ ਕੀ ਕਰੋਗੇ, ਦੰਦ ਗਿਰਨ ਲੱਗ ਜਾਣਗੇ, ਆਵਾਜ਼ ਥਥਲਾਣ ਲੱਗ ਜਾਵੇਗੀ, ਕੰਨਾਂ ਤੋਂ ਸੁਣਨਾ ਬੰਦ ਹੋ ਜਾਵੇਗਾ, ਮਸ਼ੀਨਾਂ ਲੱਖ ਲਾ ਲਓਗੇ, ਉਹ ਗੱਲ ਤਾਂ ਨਹੀਂ ਬਣਨੀ। ਮਹਾਰਾਜ ਕਹਿੰਦੇ ਜਿਹੜਾ ਤੇਰਾ ਬੁਢੇਪਾ ਹੈ, ਜਵਾਨੀ ਤੋਂ ਬਾਅਦ ਬੁਢੇਪਾ ਅੱਗੇ ਵੱਧ ਰਿਹਾ ਹੈ, ਲਿਓ ਜਰਾ ਤਨ ਜੀਤ। ਬੁਢੇਪਾ ਤੈਨੂੰ ਜਿੱਤ ਰਿਹਾ ਤੇਰੀ ਜਵਾਨੀ ਨੂੰ। ਕਹੋ ਨਾਨਕ ਭਜ ਹਰਿ ਮਨਾ ਔਦ ਜਾਤ ਹੈ ਬੀਤ। ਗੁਰਦੇਵ ਮਹਾਰਾਜ ਕਹਿੰਦੇ ਤੂੰ ਹਰੀ ਦਾ ਭਜਨ ਕਰ ਲੈ, ਸਿਮਰਨ ਕਰ ਲੈ, ਤੇਰੀ ਜਿਹੜੀ ਅਵਧ ਹੈ, ਉਮਰ ਹੈ, ਉਹ ਘਟਦੀ ਜਾ ਰਹੀ ਹੈ। ਬਿਰਧ ਭਇਓ ਸੂਝੈ ਨਹੀਂ ਕਾਲ ਪਹੁੰਚਿਓ ਆਨ। ਤੇ ਬੁਢੇਪੇ ਤੋਂ ਬਾਅਦ ਮਹਾਰਾਜ ਕਹਿੰਦੇ ਕਾਲ ਤੇਰੇ ਸਿਰ ਦੇ ਉੱਤੇ ਮੰਡਰਾ ਰਿਹਾ ਹੈ। ਇਸ ਗੱਲ ਨੂੰ ਚੰਗੀ ਤਰ੍ਹਾਂ ਦੇ ਨਾਲ ਸਮਝ ਲੈ ਕਿ ਕਾਲ ਤੇਰੇ ਕੋਲ ਬਸ ਪਹੁੰਚਿਆ ਕੇ ਪਹੁੰਚਿਆ, ਬਹੁਤ ਨੇੜਾ ਸਮਾਂ ਆ ਰਿਹਾ ਤੇਰੀ ਮੌਤ ਦਾ। ਕਹੋ ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨ। ਹੇ ਬਾਵਰੇ ਨਰ, ਗਾਫਲ ਨਰ, ਮੂਰਖ ਵਿਅਕਤੀ, ਤੂੰ ਕਿਉਂ ਨਹੀਂ ਭਗਵਾਨ ਦਾ ਭਜਨ ਕਰਦਾ? ਤੂੰ ਕਿਉਂ ਸੋਚਦਾ ਹੈ ਕਿ ਮੈਂ ਹਜੇ ਜਵਾਨ ਹਾਂ? ਗੁਰਦੇਵ ਮਹਾਰਾਜ ਕਹਿੰਦੇ ਤੇਰੀ ਜਵਾਨੀ ਬੀਤਦੀ ਜਾ ਰਹੀ ਹੈ, ਬੁਢੇਪਾ ਉਹਨੂੰ ਗ੍ਰਸਤ ਕਰ ਰਿਹਾ, ਬੁਢੇਪੇ ਤੋਂ ਬਾਅਦ ਕਾਲ ਤੇਰੇ ਸਿਰ ਤੇ ਖੜਾ ਹੈ, ਤੂੰ ਕਿਉਂ ਨਹੀਂ ਭਗਵਾਨ ਦਾ ਭਜਨ ਕਰਦਾ? ਤਨਦਾਰਾ ਸੰਪਤ ਸਗਲ ਜਿਨੇ ਆਪਣੀ ਕਰਮਾਨ। ਗੁਰਦੇਵ ਮਹਾਰਾਜ ਕਹਿੰਦੇ ਜਿਹੜਾ ਧਨ ਹੈ ਤੇ ਹੋਰ ਘਰ ਦੀਆਂ ਸੰਪਤੀਆਂ ਨੇ, ਗੱਡੀਆਂ ਕਾਰਾਂ ਮਹਿਲ ਮਾੜੀਆਂ,
ਮਹਾਰਾਜ ਕਹਿੰਦੇ ਜਿਹੜੇ ਵਿਅਕਤੀ ਆ ਆਪਣੀ ਸੱਚੀ ਕਰਕੇ ਮੰਨੀ ਬੈਠੇ ਨੇ ਬਈ ਆ ਮੇਰੇ ਕੋਲ ਹੀ ਰਹਿਣੀਆਂ ਨੇ। ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ। ਨੌਵੇਂ ਗੁਰਦੇਵ ਮਹਾਰਾਜ ਵਿਰਾਗ ਦੀ ਮੂਰਤ ਹੈ, ਗੱਲ ਤੈਨੂੰ ਦ੍ਰਿੜ ਕਰਕੇ ਸਮਝਾ ਰਹੇ ਨੇ। ਤੂੰ ਕਿਉਂ ਨਹੀਂ ਸਮਝਦਾ? ਮਹਾਰਾਜ ਕਹਿੰਦੇ ਇਹਨਾਂ ਚੋਂ ਕੁਛ ਵੀ ਤੇਰੇ ਨਾਲ ਨਹੀਂ ਜਾਣਾ, ਇਹਨਾਂ ਚੋਂ ਕੁਛ ਵੀ ਸੱਚਾ ਨਹੀਂ ਹੈ। ਪਤਿਤ ਉਦਾਹਰਨ ਪੈ ਹਰਨ ਹਰ ਨਾਥ ਕੇ ਨਾਥ। ਪਤਿਤ ਉਦਾਹਰਨ ਪੈ ਹਰਨ, ਪਤਿਤ ਉਦਾਹਰਨ ਪੈ ਹਰਨ। ਉਦਾਹਰਨ ਪੈ ਹਰਨ ਪਤਿਤ ਉਦਾਹਰਨ ਪੈ ਹਰਨ। ਪਤਿਤ ਉਦਾਹਰਨ ਪੈ ਹਰਨ, ਪਤਿਤ ਉਦਾਹਰਨ ਪੈ ਹਰਨ। ਪਤਿਤ ਉਦਾਹਰਨ ਪੈ ਹਰਨ ਪਤਿਤ ਉਦਾਹਰਨ ਪੈ ਹਰਨ। ਹਰ ਅਨਾਥ ਕੇ ਨਾਥ, ਹਰ ਅਨਾਥ ਕੇ ਨਾਥ। ਹਰ ਅਨਾਥ ਕੇ ਨਾਥ ਹਰ ਅਨਾਥ ਕੇ ਨਾਥ। ਹਰ ਅਨਾਥ ਕੇ ਨਾਥ, ਹਰ ਅਨਾਥ ਕੇ ਨਾਥ। ਹਰ ਅਨਾਥ ਕੇ ਨਾਥ ਹਰ ਅਨਾਥ ਕੇ ਨਾਥ। ਗੁਰਦੇਵ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਮਹਾਰਾਜ ਮੈਂ ਪਤਿਤ ਹਾਂ, ਬਹੁਤ ਜ਼ਿਆਦਾ ਮਹਾਰਾਜ ਪਾਪਾਂ ਦਾ ਭਰਿਆ। ਮੈਂ ਤਾਂ ਗੁਰਦੁਆਰੇ ਆ ਕੇ ਵੀ ਆਪਣੀ ਨਿਗਾਹ ਨੂੰ ਤੁਹਾਡੇ ਨਾਮ ਵੱਲ ਨਹੀਂ ਜੋੜਦਾ। ਮੈਂ ਗੁਰਦੁਆਰੇ ਆ ਕੇ ਵੀ ਵਿਸ਼ੇ ਵਿਕਾਰਾਂ ਦੀ ਬਿਰਤੀ ਰੱਖਦਾ ਤੇ ਬਾਹਰ ਦੀ ਤਾਂ ਗੱਲ ਹੀ ਛੱਡ ਦੋ। ਮਹਾਰਾਜ ਮੈਂ ਪਤਿਤ ਹਾਂ ਤੇ ਤੁਸੀਂ ਪਤਿਤ ਉਦਾਹਰਣ ਹੋ। ਭੈ ਹਰਨ, ਮੇਰਾ ਮਹਾਰਾਜ ਜਮਾਂ ਦਾ ਤਰਾਸ ਦੂਰ ਕਰ ਦਿਓ। ਹਰ ਅਨਾਥ ਕੇ ਨਾਥ, ਮਹਾਰਾਜ ਜਿਨ੍ਹਾਂ ਦਾ ਕੋਈ ਨਾਥ ਨਹੀਂ ਨਾ ਹੁੰਦਾ ਉਹਨਾਂ ਦੇ ਤੁਸੀਂ ਰੱਖਿਅਕ ਹੋ, ਪੂਰੇ ਮੁਲਕ ਦੇ ਰਾਖੇ ਹੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਮਹਾਰਾਜ ਮੇਰੀ ਰੱਖਿਆ ਕਰੋ। ਕਹੋ ਨਾਨਕ ਤੇ ਜਾਨੀਐ ਸਦਾ ਬਸਤ ਤੁਮ ਸਾਥ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ, ਹੇ ਸੰਤ ਜਨੋ ਭਗਤ ਜਨੋ, ਉਹ ਵਾਹਿਗੁਰੂ ਤੁਹਾਡੇ ਬਿਲਕੁਲ ਨਾਲ ਵਸਦਾ ਹੈ, ਤੁਹਾਡੇ ਹਿਰਦੇ ਦੇ ਅੰਦਰ ਰਹਿੰਦਾ ਹੈ। ਤੁਸੀਂ ਉਸ ਵਾਹਿਗੁਰੂ ਨੂੰ ਪ੍ਰੇਮ ਨਾਲ ਪੁਕਾਰੋ। ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ 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 ਦੀ ਪੁਕਾਰ ਕਰੋ, ਪਰ ਕੋਈ ਪਦਾਰਥ ਨਾ ਮੰਗਣਾ। ਉਹ ਤੁਹਾਡੇ ਬਿਲਕੁਲ ਨਾਲ ਵਸਦਾ ਹੈ। ਵਾਹਿਗੁਰੂ ਤੋਂ ਵਾਹਿਗੁਰੂ ਨੂੰ ਮੰਗਣਾ ਤੇ ਮਹਾਰਾਜ ਕਹਿੰਦੇ ਤੁਹਾਡੇ ਬਿਲਕੁਲ ਨੇੜੇ ਹੂੰ ਤੇ ਨੇਰਾ, ਬਿਲਕੁਲ ਨਾਲ ਹੈ ਤੁਹਾਡੇ। ਆਵਾਜ਼ ਲਾਓ ਤੇ ਤੁਹਾਡੀ ਰੱਖਿਆ ਲਈ ਖੜਾ ਹੋਏਗਾ। ਧੰਨ ਧੰਨ ਜੇ ਕੋ ਕਿਉ ਦਿਓ ਤਾਂ ਸਿਉ ਨੇਹੁ ਨ ਕੀਨ। ਜਿਹੜੇ ਵਾਹਿਗੁਰੂ ਨੇ ਤੈਨੂੰ ਸੁੰਦਰ ਤਨ ਦਿੱਤਾ ਹੈ, ਸਥੂਲ ਸਰੀਰ, ਜਿਹੜੇ ਵਾਹਿਗੁਰੂ ਨੇ ਤੈਨੂੰ ਸੂਖਸ਼ਮ ਸਰੀਰ ਦਿੱਤਾ ਹੈ, ਜਿਹੜੇ ਵਾਹਿਗੁਰੂ ਨੇ ਤੈਨੂੰ ਧਨ ਸੰਪਤੀ ਘਰ ਦੇ ਅੰਦਰ ਦਿੱਤੀ ਹੈ, ਸੋਹਣਾ ਪ੍ਰਸ਼ਾਦਾ ਛਕਦਾ ਹੈ, ਜਿਹੇ ਪ੍ਰਸਾਦ ਛਤੀ ਹੀ ਅੰਮ੍ਰਿਤ ਖਾਹੇ। ਗੁਰਦੇਵ ਕਹਿੰਦੇ ਉਸ ਠਾਕੁਰ ਨੂੰ ਮਨ 'ਚ ਕਿਉਂ ਨਹੀਂ ਰੱਖਦਾ? ਤਨ ਧਨ ਸੰਪੈ ਸੁਖ ਦਿਓ, ਘਰ ਦੇ ਅੰਦਰ ਹਰ ਇੱਕ ਪਦਾਰਥ ਹੈ ਤੇਰੇ, ਕਿਸੇ ਗੱਲ ਦੀ ਕਮੀ ਨਹੀਂ। ਵਾਹਿਗੁਰੂ ਦਾ ਦਿੱਤਾ ਸਭ ਕੁਝ ਹੈ। ਅਰ ਜਿਹ ਨੀਕੇ ਧਾਮ, ਘਰ ਦੇ ਅੰਦਰ ਉੱਤਮ ਵਸਤੂਆਂ ਨੇ। ਕਹੋ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੇਨਾ। ਤੇਰੇ ਕੋਲ ਤਨ ਹੈ ਧਨ ਹੈ ਜਿਹੜਾ ਵਾਹਿਗੁਰੂ ਦਾ ਦਿੱਤਾ ਹੋਇਆ ਹੈ, ਤੇ ਤਾਂ ਵੀ ਤੂੰ ਵਾਹਿਗੁਰੂ ਦੇ ਨਾਲ ਨੇਹ ਨਹੀਂ ਲਗਾਉਂਦਾ, ਉਹਨਾਂ ਦੀ ਵਸਤੂਆਂ ਦੇ ਅੰਦਰ ਜੁੜ ਕੇ ਬਹਿ ਗਿਆ। ਨਾਰਾਇਣ ਨੂੰ ਭੁੱਲ ਕੇ ਮਾਇਆ ਦੇ ਮਗਰ ਲੱਗ ਪਿਆ। ਗੁਰਦੇਵ ਮਹਾਰਾਜ ਕਹਿੰਦੇ, ਹਾਂਜੀ ਦੁਬਾਰਾ ਪੜੋ। ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੇਨਾ। ਗੁਰਦੇਵ ਮਹਾਰਾਜ ਕਹਿੰਦੇ ਕਿਉਂ ਆਪਣੇ ਦੀਨ ਤੋਂ ਡੋਲਦਾ ਹੈ? ਤੈਨੂੰ ਸਾਰਾ ਕੁਝ ਇਸ ਧਰਤੀ ਦੇ ਉੱਤੇ ਅਸੀਂ ਦਿੱਤਾ ਹੋਇਆ ਹੈ, ਫਿਰ ਵੀ ਤੂੰ ਭਜਨ ਨਹੀਂ ਕਰਦਾ। 84 ਲੱਖ ਜੂਨ ਦੇ ਅੰਦਰ ਮਨੁੱਖੀ ਦੇਹੀ ਦਾ ਫਾਇਦਾ ਨਹੀਂ ਚੁੱਕ ਰਿਹਾ। ਤਨ ਤਨ ਸੰਪੈ ਸੁਖ ਦਿਓ ਅਰ ਜਿਹ ਨੀਕੇ ਧਾਮ। ਉਹ ਵਾਹਿਗੁਰੂ ਨੇ ਤੈਨੂੰ ਸਰੀਰ ਦਿੱਤਾ ਹੈ, ਧਨ ਦਿੱਤਾ ਹੈ, ਸੰਪਤੀਆਂ ਦਿੱਤੀਆਂ, ਸੁੱਖ ਦਿੱਤੇ ਨੇ, ਤੇ ਫੇਰ ਵੀ ਤੇਰੇ ਘਰ ਦੇ ਅੰਦਰ ਹਰ ਇੱਕ ਪਦਾਰਥ ਹੈ ਭੋਗਣ ਨੂੰ, ਹਰ ਇੱਕ ਪਦਾਰਥ ਹੈ ਹੰਡਾਣ ਨੂੰ। ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾ ਰਾਮ। ਫੇਰ ਵੀ ਗੁਰਦੇਵ ਮਹਾਰਾਜ ਕਹਿੰਦੇ ਤੂੰ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ,
ਤੂੰ ਕਿਉਂ ਨਹੀਂ ਮੇਰੇ ਮਨਾ, ਮਹਾਰਾਜ ਮਨ ਨੂੰ ਚੋਟ ਦੇ ਕੇ ਕਹਿੰਦੇ ਨੇ, ਹੇ ਮਨਾ ਤੂੰ ਵਾਹਿਗੁਰੂ ਦਾ ਸਿਮਰਨ, ਰਾਮੇ ਹੋਏ ਵਾਹਿਗੁਰੂ ਦਾ ਸਿਮਰਨ, ਰਾਮ ਦਾ ਸਿਮਰਨ ਭਜਨ ਕਿਉਂ ਨਹੀਂ ਕਰਦਾ। ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਇ। ਗੁਰਦੇਵ ਮਹਾਰਾਜ ਕਹਿੰਦੇ ਸਾਰੇ ਸੁੱਖਾਂ ਨੂੰ ਦੇਣ ਵਾਲਾ ਉਹ ਭਗਵਾਨ ਰਾਮ ਦਾ ਨਾਮ ਹੈ। ਸਭ ਸੁਖ ਦਾਤਾ ਰਾਮ ਹੈ, ਸਾਰੇ ਸੁੱਖਾਂ ਨੂੰ ਦੇਣ ਵਾਲਾ ਉਹ ਵਾਹਿਗੁਰੂ ਦਾ ਨਾਮ ਹੈ। ਕਹੋ ਨਾਨਕ ਸੁਨ ਰੇ ਮਨਾ, ਤੇਰੇ ਸਿਮਰਤ ਗਤ ਹੋਏ। ਦੂਸਰ ਨਾਹਿਨ ਕੋਏ, ਉਹ ਰਾਮ ਦੇ ਨਾਮ ਤੋਂ ਇਲਾਵਾ ਤੈਨੂੰ ਧਰਤੀ ਤੇ ਹੋਰ ਕਿਸੇ ਚੀਜ਼ 'ਚੋਂ ਵੀ ਸੁੱਖ ਨਹੀਂ ਮਿਲ ਸਕਦਾ। ਇਸ ਗੱਲ ਨੂੰ ਚੰਗੀ ਤਰ੍ਹਾਂ ਦੇ ਨਾਲ ਜਾਣ ਲੈ। ਹਰੀ ਦੇ ਨਾਮ ਤੋਂ ਇਲਾਵਾ ਕਿਸੇ ਵੀ ਪਦਾਰਥ ਦੇ ਅੰਦਰ ਸਦੀਵੀ ਸੁੱਖ ਨਹੀਂ। ਜੇ ਤੂੰ ਇਸਤਰੀ ਦੇ ਅੰਦਰ ਸੁੱਖ ਸੋਚਦਾ, ਇਸਤਰੀ ਦੇ ਅੰਦਰ ਸੁੱਖ ਹੈ, ਤੇ ਤੂੰ ਧਰਤੀ ਦੇ ਉੱਤੇ ਵਿਚਰ ਕੇ ਦੇਖ ਲੈ, ਕਰੋੜਾਂ ਹੀ ਤਲਾਕ ਹੋਏ ਪਏ ਨੇ। ਜਦੋਂ ਇਸਤਰੀਆਂ ਮਰ ਜਾਂਦੀਆਂ ਪੁਰਸ਼ ਰੋਂਦੇ ਨੇ, ਪੁਰਸ਼ ਮਰ ਜਾਂਦੇ ਨੇ ਇਸਤਰੀਆਂ ਰੋਂਦੀਆਂ ਨੇ। ਮਹਾਰਾਜ ਕਹਿੰਦੇ ਉਹਨਾਂ 'ਚ ਵੀ ਸੁੱਖ ਸਦੀਵੀ ਨਹੀਂ। ਜੇ ਧਨ ਦੇ ਅੰਦਰ ਸੁੱਖ ਹੁੰਦਾ, ਅੱਜ ਕਰੋੜਪਤੀ ਅੱਡੇ ਅੱਡੇ ਪਏ ਨੇ, ਪਰ ਉਹ ਉਹਨਾਂ ਨੂੰ ਪੁੱਛ ਕੇ ਦੇਖੋ, ਕਹਿੰਦੇ ਸਾਡੇ ਕੋਲ ਡਿਪਰੈਸ਼ਨ ਹੈ, ਸਾਡੇ ਕੋਲ ਮਨ ਦਾ ਸੁੱਖ ਨਹੀਂ। ਕਿਸੇ ਨੂੰ ਸਾਨੂੰ ਨੀਂਦ ਦਵਾ ਦਿਓ, ਸਾਨੂੰ ਨੀਂਦ ਨਹੀਂ ਆਉਂਦੀ। ਜੇ ਧਨ ਦੇ ਅੰਦਰ ਵੀ ਸੁੱਖ ਨਹੀਂ, ਇਸਤਰੀਆਂ ਦੇ ਅੰਦਰ ਵੀ ਸੁੱਖ ਨਹੀਂ, ਭੋਗ ਬਿਲਾਸਾਂ ਦੇ ਅੰਦਰ ਸੁੱਖ ਨਹੀਂ, ਨੌਵੇਂ ਪਾਤਸ਼ਾਹ ਇੱਕ ਸੁੱਖ ਜ਼ਰੂਰ ਦੱਸਦੇ ਨੇ। ਮਹਾਰਾਜ ਕਹਿੰਦੇ ਸਭ ਸੁਖ ਦਾਤਾ ਰਾਮ ਹੈ, ਸਭ ਸੁਖ ਦਾਤਾ ਰਾਮ ਹੈ। ਸੁਖ ਦਾਤਾ ਰਾਮ ਹੈ, ਸਭ ਸੁਖ ਦਾਤਾ ਰਾਮ ਹੈ। ਦੂਸਰ ਨਾਹਿਨ ਕੋਏ, ਦੂਸਰ ਨਾਹਿਨ ਕੋਏ। ਦੂਸਰ ਨਾਹਿਨ ਕੋਇ, ਦੂਸਰ ਨਾਹਿਨ ਕੋਇ। ਸਤਿਨਾਮ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਗੁਰਦੇਵ ਮਹਾਰਾਜ ਕਹਿੰਦੇ ਦੂਸਰੀ ਕਿਸੇ ਚੀਜ਼ ਵਿੱਚ ਸੁੱਖ ਨਹੀਂ ਹੈ ਵਾਹਿਗੁਰੂ ਦੇ ਨਾਮ ਤੋਂ ਇਲਾਵਾ। ਕਹੋ ਨਾਨਕ ਸੁਨ ਰੇ ਮਨਾ, ਤੇ ਸਿਮਰਤ ਗਤ ਹੋਏ। ਉਹ ਵਾਹਿਗੁਰੂ ਦਾ ਨਾਮ ਸਿਮਰਨ ਕਰਨ ਦੇ ਨਾਲ ਗਤੀ ਪ੍ਰਾਪਤ ਹੁੰਦੀ ਹੈ। ਮਹਾਰਾਜ ਕਹਿੰਦੇ ਵਾਹਿਗੁਰੂ ਦਾ ਸਿਮਰਨ ਕਰ, ਗੁਰਬਾਣੀ ਪੜ੍ਹ, ਅੰਮ੍ਰਿਤ ਵੇਲੇ ਉੱਠ ਕੇ ਇੱਕ ਚਿੱਤ ਇਕਾਗਰ ਹੋ ਕੇ ਜਪਜੀ ਸਾਹਿਬ ਦਾ ਪਾਠ, ਜਾਪ ਸਾਹਿਬ ਦਾ ਪਾਠ ਕਰ, ਦੇਖ ਤੈਨੂੰ ਕਿਸ ਤਰ੍ਹਾਂ ਆਨੰਦ ਆਏਗਾ। ਅੰਮ੍ਰਿਤ ਵੇਲੇ ਉੱਠ ਕੇ ਇੱਕ ਵਾਰੀ ਆਸਾਂ ਦੀ ਵਾਰ ਜਾ ਕੇ ਸੁਣ ਤਾਂ ਸਹੀ, ਤਾਲਮੇਲ ਤਾਂ ਬਣਾ ਗੁਰੂ ਦੀ ਬਾਣੀ ਦੇ ਨਾਲ। ਅੱਜ ਖਾਲਸਾ ਜੀ ਬੜੀ ਅਚੰਭੇ ਵਾਲੀ ਗੱਲ ਹੈ ਬਈ ਰਾਗੀ ਸਿੰਘ ਦਰਬਾਰ ਸਾਹਿਬ ਤੋਂ ਆਏ, ਆਸਾਂ ਦੀ ਵਾਰ ਹੋਣੀ ਹੈ ਤੇ ਉਸ ਟਾਈਮ ਦੇ ਉੱਤੇ ਬੜੇ ਸੰਗਤ ਇਕੱਠੀ ਹੁੰਦੀ ਹੈ, ਪਰ ਰੋਜ਼ ਜਿਹੜਾ ਕੀਰਤਨ ਆਸਾਂ ਦੀ ਵਾਰ ਦਾ ਮੰਜੀ ਸਾਹਿਬ ਹੁੰਦਾ ਹੈ 2 ਜਾਂ 3 ਪ੍ਰਾਣੀ। ਅੱਜ ਜੋ ਰਸੀਏ ਰਹਿ ਗਏ ਨੇ ਉਹ ਉੱਤਮ ਰਸੀਏ ਨਹੀਂ। ਉੱਤਮ ਰਸੀਏ ਸ਼ਬਦ ਦੇ ਰਸੀਏ ਨੇ, ਮੱਧਮ ਰਸੀਏ ਨਾਦ ਦੇ ਰਸੀਏ ਨੇ। ਜੋ ਨੀਚ ਰਸੀਏ ਹੁੰਦੇ ਨੇ ਉਹ ਖਾਲੀ ਕੇਵਲ ਆ ਕੇ ਦੇਖਦੇ ਨੇ ਵੀ ਵਾਜੇ ਖਟਕ ਰਹੇ ਨੇ, ਸ਼ੋਰ ਸ਼ਰਾਬਾ ਹੋ ਰਿਹਾ, ਚਲੇ ਜਾਂਦੇ ਨੇ। ਜੋ ਉੱਤਮ ਰਸੀਆ ਹੈ, ਸ਼ਬਦ ਦਾ ਰਸੀਆ ਮੰਨਿਆ ਗਿਆ ਵੀ ਗੁਰਬਾਣੀ ਦਾ ਕਿਤੇ ਵੀ ਕੀਰਤਨ ਹੋ ਰਿਹਾ ਹੋਵੇ ਇਕਾਗਰ ਚਿੱਤ ਹੋ ਕੇ ਸਰਵਣ ਕਰਨਾ। ਗੁਰਬਾਣੀ ਦੇ ਕੀਰਤਨ ਨੂੰ ਮਹਾਰਾਜ ਕਹਿੰਦੇ ਸਰਵਣ ਕਰ ਇੱਕ ਚਿੱਤ ਇਕਾਗਰ ਹੋ ਕੇ। ਜੇ ਸਿਮਰਤ ਗਤ ਪਾਈਐ, ਤੇ ਪਜ ਰੇਤੈ ਮੀਤ। ਗੁਰਦੇਵ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਸਿਮਰਨ ਦੇ ਨਾਲ ਤੈਨੂੰ ਗਤੀ ਪ੍ਰਾਪਤ ਹੋਣੀ ਹੈ, ਐਸੇ ਵਾਹਿਗੁਰੂ ਦਾ ਸਿਮਰਨ ਵਿਸਾਰ ਨਾ। ਜਦੋਂ ਸਮਾਂ ਮਿਲੇ, ਅੰਮ੍ਰਿਤ ਵੇਲੇ ਲੇਟ ਹੋ ਗਿਆ, ਲੇਟ ਉੱਠ ਕੇ ਬਾਣੀ ਪੜ੍ਹ ਲੈ। ਜੇ ਕਿਧਰੇ ਸੰਗਤ ਵਿੱਚ ਸਵੇਰੇ ਨਹੀਂ ਗਿਆ, ਸ਼ਾਮ ਨੂੰ ਚਲਾ ਜਾ। ਜੇ ਤੇਰਾ ਸ਼ਾਮ ਨੂੰ ਵੀ ਸੰਗਤ ਦੇ ਅੰਦਰ ਨਹੀਂ ਜਾਣ ਹੋਇਆ, ਪਰਿਵਾਰ ਦੇ 4 ਜੀ ਇਕੱਠੇ ਬਹਿ ਕੇ 5 ਮਿੰਟ ਵਾਹਿਗੁਰੂ ਕਰ ਲਵੋ। ਗੁਰਦੇਵ ਮਹਾਰਾਜ ਕਹਿੰਦੇ ਸਿਮਰਨ ਕਰਨ ਦੇ ਲਈ ਉਡੀਕ ਨਾ ਕਿ ਕਦੋਂ ਸਿਮਰਨ ਹੋਵੇਗਾ, ਜਦੋਂ ਸਮਾਂ ਮਿਲੇ ਭਜਨ ਕਰ ਲੈ, ਤੇਰੀ ਗਤੀ ਹੋਵੇਗੀ। ਐਸੇ ਵਾਹਿਗੁਰੂ ਨੂੰ ਸਿਮਰਦਾ ਰਹਿ। ਕਹੋ ਨਾਨਕ ਸੁਨ ਰੇ ਮਨਾ, ਔਦ ਘਟਤ ਹੈ ਨੀਤ।
ਸੋ ਗੁਰਦੇਵ ਮਹਾਰਾਜ ਕਹਿੰਦੇ ਤੇਰੀ ਜਿਹੜੀ ਉਮਰ ਹੈ ਉਹ ਘਟਦੀ ਜਾ ਰਹੀ ਹੈ, ਤੂੰ ਉਡੀਕ ਨਾ, ਮੈਂ ਸਤਸੰਗਤ 'ਚ ਜਾ ਕੇ ਨਾਮ ਜਪਣਾ ਹੈ। ਜਦੋਂ ਹੀ ਸਕੂਟਰ ਤੇ ਬੈਠੇ, ਗੱਡੀ 'ਚ ਬੈਠੇ, ਵਾਹਿਗੁਰੂ ਮੁਖੋਂ ਬੋਲ ਦਿਆ ਕਰ। ਜਦੋਂ ਹੀ ਪ੍ਰਸ਼ਾਦਾ ਖਾਣ ਲੱਗੋ, ਬਣਾਉਣ ਲੱਗੋ, ਵਾਹਿਗੁਰੂ ਬੋਲ ਦਿਆ ਕਰੋ। ਉਮਰ ਘਟਦੀ ਜਾ ਰਹੀ ਹੈ, ਛਿਨ ਛਿਨ ਔਦ ਘਟੈ, ਉਮਰ ਘਟ ਰਹੀ ਹੈ। ਜਿੰਨਾ ਹੋ ਸਕਦਾ ਵੱਧ ਤੋਂ ਵੱਧ ਵਾਹਿਗੁਰੂ ਦਾ ਨਾਮ ਜਪੋ। ਉਹ ਵਾਹਿਗੁਰੂ ਦਾ ਜੋ ਨਾਮ ਹੈ ਉਹ ਕਲਿਆਣਦਾਇਕ ਹੈ, ਸੁਖਦਾਈ ਹੈ, ਸਦੀਵੀ ਸੁਖ ਦੇਣ ਵਾਲਾ ਹੈ। ਸਾਨੂੰ ਜਮਾਂ ਦੀ ਫਾਹੀ ਤੋਂ ਬਚਾ ਕੇ ਦੁਨਿਆਵੀ ਕਸ਼ਟਾਂ ਤੋਂ ਵੀ ਬਚਾਏਗਾ। ਨਾਮ ਦਾ ਸਿਮਰਨ ਬਹੁਤ ਜ਼ਰੂਰੀ ਹੈ। ਗੁਰਬਾਣੀ ਕਲਯੁਗ ਦੇ ਅੰਦਰ, ਇਸ ਕਲਯੁਗ ਦੇ ਅੰਦਰ ਸਭ ਤੋਂ ਜ਼ਿਆਦਾ ਉੱਤਮ ਕੀ ਹੈ? ਗੁਰਬਾਣੀ ਇਸ ਜਗ ਮਹਿ ਚਾਨਣ। ਕਲਯੁਗ ਦੇ ਅੰਦਰ ਬਹੁਤ ਭਾਰੀ ਪ੍ਰਕੋਪ ਹੁੰਦਾ ਹੈ। ਜਦੋਂ ਕਲਯੁਗ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਆਇਆ ਸੀ ਨਾ, ਉਹਨੇ ਕਿਹਾ ਮਹਾਰਾਜ ਮੇਰਾ ਸਰੂਪ ਪਤਾ ਕੀ ਹੈ? ਮੇਰੇ ਇੱਕ ਹੱਥ ਦੇ ਅੰਦਰ ਪੁਰਸ਼ ਦਾ ਲਿੰਗ ਹੈ, ਇੱਕ ਹੱਥ ਦੇ ਅੰਦਰ ਮੇਰੇ ਰਸਨਾ ਹੈ। ਭਾਈ ਮਰਦਾਨਾ ਜੀ ਨੇ ਪੁੱਛਿਆ ਮਹਾਰਾਜ ਇਹ ਕੀ ਸਰੂਪ ਹੋਇਆ? ਮਹਾਰਾਜ ਕਹਿੰਦੇ ਆਈ ਕਲਯੁਗ ਦਾ ਸਰੂਪ ਹੈ। ਇੱਥੇ ਦੇ ਇਸਤਰੀ ਦੇ ਪੁਰਸ਼ ਵਿਸ਼ੇ ਵਿਕਾਰਾਂ ਦੇ ਅੰਦਰ ਗਲਤਾਨ ਹੋਣਗੇ ਤੇ ਉਹਨਾਂ ਦੇ ਕੋਲ ਜੀਭ ਦੀ ਰਸਨਾ ਦਾ ਸਵਾਦ ਹੋਵੇਗਾ। ਅੱਜ ਕਿਸੇ ਵਿਅਕਤੀ ਨੂੰ ਪੁੱਛ ਲਓ, ਉਹ ਕਹਿੰਦਾ ਜੀ ਉਹ ਪਦਾਰਥ ਦੇ ਅੰਦਰ ਬੜਾ ਸਵਾਦ ਆਉਂਦਾ। ਉਹ ਕਲਯੁਗੀ ਜੀਵਾਂ ਦੀ ਨਿਸ਼ਾਨੀ ਹੈ ਖਾਲਸਾ ਜੀ। ਜੋ ਗੁਰੂ ਕਾ ਸਿੱਖ ਹੈ ਉਹ ਗੁਰਬਾਣੀ ਦੇ ਹੀ, ਇਹ ਮਹਾਰਾਜ ਦੀ ਗੁਰਬਾਣੀ ਦੇ ਰਸ ਨੂੰ ਹੀ ਸਭ ਤੋਂ ਉੱਤਮ ਮੰਨਦਾ। ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ। ਜਦ ਤੱਕ ਵਾਹਿਗੁਰੂ ਦਾ ਰਸ ਸਿਮਰਨ ਜੀਵ ਤੇ ਨਹੀਂ ਪੈਣਾ, ਤੈਨੂੰ ਸਦੀਵੀ ਰਸ ਨਹੀਂ ਆਣਾ। 84 ਵਾਲੇ ਲੈਂਦੇ ਹੋਣਗੇ ਪਦਾਰਥਾਂ ਚੋਂ ਰਸ, 84 ਵਾਲੇ ਲੈਂਦੇ ਹੋਣਗੇ ਪਰਾਏ ਰੂਪ ਚੋਂ ਰਸ, ਪਰ ਗੁਰੂ ਕੇ ਸਿੱਖਾਂ ਦੀ ਉਹ ਮਰਿਆਦਾ ਨਹੀਂ। ਗੁਰੂ ਕਾ ਸਿੱਖ ਕੇਵਲ ਗੁਰਬਾਣੀ ਪੜ੍ਹੇ, ਸੰਗਤ ਕਰੇ, ਨਾਮ ਜਪੇ ਤੇ ਉੱਥੋਂ ਹੀ ਰਸ ਲਵੇ। ਉੱਥੋਂ ਰਸ ਲੈਣ ਦੇ ਨਾਲ ਉਹ ਜਮਾ ਦੀ ਫਾਹੀ 'ਚ ਨਹੀਂ ਪਏਗਾ। ਮਹਾਰਾਜ ਨੇ ਅਖੀਰਲੀ ਪੰਕਤੀ 'ਚ ਕਿਹਾ ਨਾ, ਕਹੋ ਨਾਨਕ ਸੁਨ ਰੇ ਮਨਾ ਔਦ ਘਟਦਾ ਨੀਤ। ਉਮਰ ਘਟ ਰਹੀ ਹੈ, ਭਜਨ ਵਧਾਓ ਤਾਂ ਕਲਿਆਣ ਹੋਵੇਗਾ। ਸੋ ਅੱਜ 10 ਸ਼ਲੋਕ ਮਹਾਰਾਜ ਦੀ ਬਾਣੀ ਸ਼ਲੋਕ ਮਹੱਲੇ 9ਵੇਂ ਦੇ ਪੂਰੇ ਹੋਏ ਨੇ ਤੇ ਹੁਣ 3 ਦਿਨ ਦਾ ਵਿਸ਼ਰਾਮ ਹੈ ਕਥਾ ਦਾ, ਉਹ ਆਪ ਜੀ ਨੂੰ ਦੱਸਿਆ ਹੀ ਹੈ। ਤੇ ਬੇਨਤੀ ਹੈ ਜਿਹੜੇ ਬੱਚਿਆਂ ਨੇ